ਜਿਹੜੇ ਮੇਰੇ ਗੈਸਟ ਹੈਗੇ ਨੇ VIP ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ। ਮੈਂ ਜਪਾਲ ਜਲੀ ਹਮੇਸ਼ਾ ਦੀ ਤੁਹਾਡਾ ਸਵਾਗਤ ਹੈ ਦਾ ਲੇਟ ਸ਼ੋ। ਹਰ ਦਫਾ ਲੇਟ ਸ਼ੋ ਹਮੇਸ਼ਾ ਕਹਿੰਦਾ ਤਰ੍ਹਾਂ ਦੇ ਇੰਟੈਲੈਕਚੁਅਲ ਗੈਸਟ ਲੈ ਕੇ ਆਉਂਦਾ। ਤੁਹਾਨੂੰ ਪਤਾ ਥੋੜੇ ਵੀਕ ਆਏ ਹੋਏ ਸੀ, ਅਸੀਂ ਸ਼ੋਅ ਕੀਤਾ ਸੀਗਾ ਆਪਣੇ ਦੋ ਲੇਡੀਜ਼ ਦੇ ਨਾਲ, ਬੜਾ ਇੰਪੋਰਟੈਂਟ ਲੋਕਾਂ ਨੇ ਬੜਾ ਲਾਈਕ ਕੀਤਾ, ਜਿੱਥੇ ਕਿ ਅਸੀਂ ਕਰੂਅਲਟੀ ਆਪਣੇ ਕਸਟਮ ਅਗੇਂਸਟ ਵੂਮਨ ਸੀਗਾ, ਵਿਡੋ ਕਰਸ ਹੈਗਾ, ਸਤੀ ਵਗੈਰਾ ਇੱਦਾਂ ਦੇ ਬੜੇ ਲੋਕਾਂ ਨੇ ਲਾਈਕ ਕੀਤੇ, ਕਿਉਂਕਿ ਕਈ ਟੌਪਿਕ ਹੁੰਦੇ ਨੇ ਬਜ਼ੁਰਗਾਂ ਨੂੰ ਪਤਾ ਹੁੰਦਾ, ਨਿਆਣਿਆਂ ਨੂੰ ਇਹ ਚੀਜ਼ਾਂ ਦਾ ਬਹੁਤਾ ਨਹੀਂ ਪਤਾ। ਇਹ ਹੌਲੀ ਹੌਲੀ ਜਾ ਵੀ ਰਹੇ ਨੇ ਕਸਟਮ ਵਗੈਰਾ, ਪਰ ਪਲੀਜ਼ ਵਾਚ ਕਰਿਆ ਕਰੋ, ਬੜੇ ਇੰਟਰਸਟਿੰਗ ਗੱਲਾਂ ਹੁੰਦੀਆਂ ਨੇ। ਜਿਹੜੇ ਮੇਰੇ ਗੈਸਟ ਹੈਗੇ ਨੇ VIP, ਮੈਂ ਪਹਿਲਾਂ ਵੀ ਕਹਿ ਕੇ ਹਟਿਆ, VIP ਇੱਕ ਇੰਗਲਿਸ਼ ਦਾ ਲਫ਼ਜ਼ ਹੈਗਾ, ਜੇ ਮੈਂ ਉਹਨੂੰ ਪੰਜਾਬੀ 'ਚ ਟਰਾਂਸਲੇਟ ਕਰਾਂ, ਇਹ ਵੈਰੀ ਇੰਪੋਰਟੈਂਟ ਭੈਣਾਂ ਸਾਡੀਆਂ ਜੋ ਫੁੱਲ ਆਫ ਨੌਲੇਜ ਹੈਗੇ ਆ, ਆਪਣਾ ਉਹਨਾਂ ਨੂੰ ਇੰਨਾ ਵਿਜ਼ਡਮ ਹੈਗਾ ਕਿ ਉਹਨਾਂ ਨੇ ਐਗਰੀ ਕੀਤਾ ਸ਼ੋਅ 'ਤੇ ਆਣ ਕੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ, ਆਪਣੀ ਨੌਲੇਜ ਸ਼ੇਅਰ ਕਰਦੇ ਨੇ, ਤਾਂ ਕਿ ਜਿਹੜੀ ਸਾਡੀ ਸਿੱਖੀ 'ਚ ਸਾਰੇ ਬੱਚਿਆਂ ਨੂੰ ਪਤਾ ਲੱਗੇ ਕਿ ਹਿਸਟਰੀ ਕੀ ਸੀਗੀ ਸਾਡੀ। ਬੜੀ ਪੁਰਾਣੀ ਹਿਸਟਰੀ ਹੈ, ਬੜੀ ਡੂੰਘੀ ਹਿਸਟਰੀ ਹੈ। ਅਤੇ ਬਿਫੋਰ ਮੈਂ ਇੰਟਰੋਡਿਊਸ ਕਰਾਂ, ਮੈਂ ਦੱਸ ਦੇਵਾਂ ਸਾਡੀ ਮਿਸਿਸ ਅੰਬਰ ਕੌਰ ਸੁਭਾਗ, ਉਹਨਾਂ ਦਾ ਲੜਕਾ ਸੰਦੀਪ ਮੇਕਰ, ਇਹਨਾਂ ਨੇ ਪਿਛਲੇ ਟਾਈਮ ਵੀ ਸ਼ੋਅ ਸਪੋਂਸਰ ਕੀਤਾ ਸੀ, ਇਸ ਵੀਕ ਹੀ ਸਪੋਂਸਰ ਕੀਤਾ, ਇੱਕ ਦੋ ਹੋਰ ਸ਼ੋਅ ਕਰਨਗੇ ਕਿਉਂਕਿ ਦੋ ਡਿਫਰੈਂਟ ਟੌਪਿਕ ਆਣਗੇ। ਪਲੀਜ਼ ਤੁਸੀਂ ਵਾਚ ਕਰੋ, ਬੜਾ ਇੰਟਰਸਟਿੰਗ, ਬੜਾ ਸਿੱਖਣ ਨੂੰ ਮਿਲਦਾ ਹੈ। ਚਲੋ ਉਹਨਾਂ ਦਾ ਵੈਲਕਮ ਕਰਕੇ ਅਸੀਂ ਸ਼ੋਅ ਕੇ ਲੈ ਕੇ ਜਾਂਦੇ ਹਾਂ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸ਼ੋਅ ਸ਼ੁਰੂ ਤੋਂ ਪਹਿਲਾਂ ਤੁਹਾਨੂੰ ਵਿਸਾਖੀ ਦੀ ਮੁਬਾਰਕ ਹੋਵੇ, ਬਹੁਤ ਬਹੁਤ। ਤੁਹਾਨੂੰ ਵੀ ਜੀ, ਸਾਰਿਆਂ ਤੁਹਾਡੇ ਸਾਰੇ ਵਿਊਅਰਸ ਨੂੰ ਵੀ ਬਹੁਤ ਬਹੁਤ ਵਧਾਈ ਹੋਵੇ। ਬਹੁਤ ਥੈਂਕ ਯੂ ਤੁਹਾਡਾ। ਭੈਣ ਜੀ ਬੜਾ ਅੱਛਾ ਲੱਗਦਾ ਕਿ ਤੁਸੀਂ ਦੋਵੇਂ ਭੈਣਾਂ ਦਾ ਇੰਨੀ ਨੌਲੇਜ ਹੈ ਕਿ ਤੁਸੀਂ ਜੁੜੇ ਹੋ। ਸਾਡੇ ਭੈਣ ਜੀ ਅੰਬਰ ਸੁਭਾਗ ਬੜੇ ਨਵੇਂ ਜੁੜੇ ਨੇ ਪਿਛਲੇ ਵੀਕ ਤੋਂ, ਬੜੀ ਇਹਨਾਂ ਦਾ ਨਾਮ ਹੋ ਗਿਆ। ਪਹਿਲਾਂ ਕਾਫੀ ਹਜ਼ਾਰਾਂ ਲੋਕ ਜਾਂਦੇ ਸੀ, ਹੁਣ ਲੱਖਾਂ ਜਾਣ ਲੱਗ ਗਏ ਨੇ, ਕਿਉਂਕਿ 157 ਸਾਡੀ ਕੰਟਰੀ ਜਾਂਦੇ ਆ। ਲਾਸਟ ਸ਼ੋਅ ਜਦੋਂ YouTube 'ਤੇ ਗਿਆ ਨਾ, ਉਹਨੇ ਬੇਸ਼ੁਮਾਰ ਮੈਸੇਜ ਆਏ ਨੇ, ਸਮਝ ਅਪ ਆਏ ਨੇ, ਅਤੇ ਬੜਾ ਅੱਛਾ ਕੰਮ ਕਰ ਜਿਹੜਾ ਬੰਦੇ ਨੂੰ ਫੀਲ ਹੁੰਦਾ ਕਿ ਲੋਕੀ ਫੀਡਬੈਕ ਦਿੰਦੇ, ਅੱਛਾ ਲੱਗਦਾ ਭੈਣ ਜੀ, ਹੈ ਕਿ ਨਹੀਂ? ਹਾਂਜੀ ਬਿਲਕੁਲ। ਹੈ ਚਲੋ ਅਸੀਂ ਸਭ ਤੋਂ ਪਹਿਲਾਂ ਸ਼ੁਰੂ ਵਿਸਾਖੀ ਦੀ ਪਹਿਲਾਂ ਗੱਲ ਚੱਲਦੀ ਹੈ, ਚਰਚਾ ਹੋ ਰਹੀ, ਉਹ ਗੱਲ ਕਰਦੇ ਆ ਵਿਸਾਖੀ ਕਲਚਰਲ ਫੈਸਟੀਵਲ, ਉਹਦੇ ਬਾਰੇ ਦੱਸੋ। ਹਾਂਜੀ, ਜਿਸ ਤਰ੍ਹਾਂ ਅਸੀਂ ਕਹਿੰਦੇ ਵਿਸਾਖ ਦਾ ਦਿਨ, ਇੱਥੇ ਤੁਹਾਨੂੰ ਪਤਾ ਹੈ ਠਾਠਾਂ ਮਾਰ ਰਹੀਆਂ ਹੁੰਦੀਆਂ, ਕ੍ਰੌਪਸ ਫਸਲਾਂ ਹੋਈਆਂ, ਕਿਸਾਨ ਖੁਸ਼ ਹੈ, ਤਾਂ ਹੋਲ ਆਫ ਇੰਡੀਆ ਸੈਲੀਬ੍ਰੇਟ ਉਹ ਤਾਂ ਮੇਨ, ਤੇ ਕਿਉਂਕਿ ਉੱਥੇ ਫਿਰ ਭੰਗੜੇ ਪਾਉਂਦੇ ਆ, ਖੁਸ਼ ਹੁੰਦੇ ਆ, ਅਤੇ ਉਹ ਤਾਂ ਚੀਜ਼ ਹੈਗੀ ਹੈ। ਪਰ ਸਾਡੇ ਲਈ ਸਿੱਖਾਂ ਲਈ ਬਹੁਤ ਇੰਪੋਰਟੈਂਟ, ਬਹੁਤ ਇਮੋਸ਼ਨਲ, ਸਾਡੇ ਦਿਲ ਦੇ ਬਹੁਤ ਨੇੜੇ ਹੈ। ਉਸ ਦਿਨ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਦਿਨ ਚੁਣਿਆ, ਅਤੇ ਉਹ ਉਸ ਦਿਨ ਖਾਲਸੇ ਦਾ ਜਨਮ ਦਿਨ ਹੋਇਆ, ਅਤੇ ਉਹ ਇਸ ਕਰਕੇ ਸਾਡੇ ਲਈ ਤਾਂ ਬੇਹੱਦ ਰਿਲੀਜੀਅਸ ਬਣ ਜਾਂਦਾ ਹੈ ਔਰ ਇੰਪੋਰਟੈਂਟ ਬਣ ਜਾਂਦਾ ਹੈ। ਅੱਛਾ, ਉਹਦੇ ਕਰਕੇ ਸਮਝ। ਹਾਂ। ਦੂਜੀ ਚੀਜ਼ ਹੈਗੀ ਹੈ ਕਿ ਇੱਕ ਨਾ ਈਵਨ ਦੇਖੋ ਨਾਨਕਸ਼ਾਹੀ ਕੈਲੰਡਰ ਵਿੱਚ ਵੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦਾ ਬਰਥ ਡੇਟ ਹੈਗੀ ਹੈ, ਉਹ ਵਿਸਾਖੀ 'ਚ ਹੁੰਦੀ ਹੈ, 1 ਵਿਸਾਖ। ਅਤੇ ਉਸ ਵੇਲੇ ਬੰਦਾ, ਮੈਨੂੰ ਵੀ ਕਈ ਵਾਰ ਖਿਆਲ ਆਉਂਦਾ ਸੀ ਵੀ ਕਿਉਂ ਇਸ ਤਰ੍ਹਾਂ ਵਿਸਾਖ ਹੈਗਾ ਅਤੇ ਅਸੀਂ ਮਨਾਉਂਦੇ ਨਵੰਬਰ ਵਿੱਚ ਆ। ਅਤੇ ਹੁਣ ਜਦ ਪੰਜੀ ਨੇ ਥੋੜ੍ਹੀ ਰਿਸਰਚ ਕੀਤੀ ਹੈ, ਇੰਟਰਨੈਟ 'ਤੇ ਵੀ ਅਸੀਂ ਦੇਖਦੇ ਹਾਂ, ਬਹੁਤ ਅਵੇਅਰਨੈਸ ਆਈ ਹੈ, ਪੀਪਲ ਆਰ ਟਰਾਇੰਗ ਟੂ, ਬਈ ਇਹ ਕੀ ਗੱਲ ਹੈ ਕਿ ਵਿਸਾਖ ਵਿੱਚ ਅਗਰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਨਮ ਦਿਨ ਹੈ, ਅਤੇ ਇਹ ਨਵੰਬਰ ਵਿੱਚ ਕਿਉਂ ਮਨਾਇਆ ਜਾਂਦਾ ਹੈ? ਇਸ ਦੇ ਉੱਤੇ ਫਰਦਰ ਰਿਸਰਚ ਹੋਈ, ਭੈਣ ਜੀ ਕੋਲ ਸਾਰੇ ਫੈਕਟਸ ਐਂਡ ਫਿਗਰਸ ਹੈਗੇ ਆ, ਸੋ ਭੈਣ ਜੀ ਦੱਸੋਗੇ? ਅਸੀਂ ਉਹਦੇ ਨਾਲ ਗੱਲ ਕਰਦੇ ਹਾਂ, ਪਹਿਲਾਂ ਮੇਰਾ ਤੁਸੀਂ ਗੱਲ ਕਰਦੇ, ਪਲੀਜ਼ ਮੇਰੇ ਨਾਲ ਦੇ ਨਾਲ ਮੈਂ ਸਵਾਲ ਪੁੱਛਾਂਗਾ। ਵਿਸਾਖੀ ਸਾਰੇ ਆਪਣੇ ਸਿੱਖਾਂ ਜਿਹੜੇ ਨੌਨ ਸਿੱਖ ਵੀ ਤੁਹਾਨੂੰ ਸੈਲੀਬ੍ਰੇਟ ਕਰਦੇ ਨੇ ਨਾ? ਹਾਂਜੀ ਠੀਕ ਹੈ, ਪਰ ਉਹ ਵੀ ਕਰਦੇ ਨੇ, ਅੱਛੀ ਗੱਲ ਹੈ, ਪਰ ਸਾਡੇ ਵਾਸਤੇ ਨਾ ਉਹਦਾ ਰਿਲੀਜੀਅਸ ਇੰਪੋਰਟੈਂਸ ਵੀ ਹੈ, ਕਿਉਂਕਿ ਕਲਚਰਲ ਹੈ ਨਾ, ਪਰ ਰਿਲੀਜੀਅਸ ਇੰਪੋਰਟੈਂਸ ਵੀ ਹੈ। ਉਹਨਾਂ ਦੀ ਰਿਲੀਜੀਅਸ ਵਾਈਸ ਨਹੀਂ, ਉਹਨਾਂ ਦੀ ਹਾਂ ਰਿਲੀਜੀਅਸ ਇੰਪੋਰਟੈਂਸ ਇਹ ਹੈਗੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ, ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਵੀ 1 ਵਿਸਾਖ ਨੂੰ ਹੋਇਆ। 1 ਵਿਸਾਖ 1469 ਵਿੱਚ ਹੋਇਆ। ਉਹੀਓ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਚੁਣਿਆ, ਤੇ 1699 ਵਿੱਚ 1400 ਕਿਹੜਾ, ਜ਼ਰਾ ਇੰਗਲਿਸ਼ ਦੱਸੋ, ਸਾਰਿਆਂ ਨੂੰ ਪੰਜਾਬੀ 'ਚ ਨਹੀਂ ਪਤਾ ਲੱਗਦਾ ਨਾ ਸਾਲ ਦਾ। ਹਾਂਜੀ 1469 ਗੁਰੂ ਨਾਨਕ ਸਾਹਿਬ ਦਾ ਜਨਮ, ਤੇ ਉਹੀਓ ਦਿਨ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਨੇ, ਕਿ 1 ਵਿਸਾਖ 1699 ਨੂੰ ਖਾਲਸਾ ਦੀ ਸਾਜਨਾ ਕੀਤੀ ਨਾ। ਇਹ ਜਿਹੜਾ ਅਸੀਂ ਮਨਾਉਂਦੇ ਹਾਂ, ਜਿਸ ਤਰ੍ਹਾਂ ਕਿਹਾ ਬਰਥ ਆਫ ਖਾਲਸਾ, ਹਾਂ ਬਰਥ ਆਫ ਖਾਲਸਾ, ਤੇ ਜਿਸ ਤਰ੍ਹਾਂ ਅਮਰ ਨੇ ਕਿਹਾ ਕਿ ਅਸੀਂ ਮਨਾਉਂਦੇ ਤੇ ਜਾ ਕੇ ਨਵੰਬਰ ਅਕਤੂਬਰ 'ਚ ਜਦੋਂ ਵੀ ਆ ਜਾਂਦੀ ਹੈ ਨਾ, ਇਹਦੇ 'ਚ ਬੜਾ ਗਲਤਫਹਿਮੀਆਂ ਹੋਈਆਂ, ਤੇ ਇਸ ਕਰਕੇ ਮੈਂ ਇਹ ਲੈ ਕੇ ਜਾਵਾਂਗੀ ਕਿ 1 ਵਿਸਾਖ ਦਾ ਜਨਮ ਦਾ ਐਵੀਡੈਂਸ ਕੀ ਹੈ। ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਐਵੀਡੈਂਸ ਇਹ ਹੈ ਕਿ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ ਨੇ 22 ਸਤੰਬਰ ਤੇ 1539
22nd September 1539. 39. Now there is no argument about that. Everybody ਜਿਹੜਾ ਵੀ ਹੈ ਅਗਰੀ ਕਰਦਾ ਕਿ ਉਹ ਨੇ। ਇਸ ਦੇ ਹਿਸਾਬ ਦੇ ਨਾਲ ਗੁਰੂ ਸਾਹਿਬ 70 ਸਾਲ 5 ਮਹੀਨੇ ਤੇ 7 ਦਿਨ ਇਸ ਦੁਨੀਆ ਵਿੱਚ ਰਹੇ। ਜੇ ਉੱਥੋਂ ਤੁਸੀਂ 22 ਸਤੰਬਰ ਤੋਂ ਵਾਪਸ ਜਾਓ ਤੇ ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਸਾਹਿਬ ਦਾ ਪੈਦਾਇਸ਼ ਪਹਿਲੀ ਵਿਸਾਖ ਨੂੰ ਹੋਈ ਹੈ। ਇਹ ਜਿਹੜਾ ਨਾ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਜਿਹੜਾ ਅਸੀਂ ਹਮੇਸ਼ਾ ਹੀ ਪੜ੍ਹਦੇ ਹਾਂ ਨਾ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਫਿਰ ਅੱਗੋਂ ਜਾ ਕੇ ਕਹਿੰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਵਿਸੋਆ ਜਿਹੜਾ ਨਾ ਉਹਦਾ ਟ੍ਰਾਂਸਲੇਸ਼ਨ ਵਿਸਾਖੀ ਹੈ ਨਾ। ਹੋਰ ਜਿਹੜੇ ਪੁਰਾਣੇ 2 ਡਾਕੂਮੈਂਟਸ ਹੈਗੇ ਮੇਲੇ ਨੇ ਉਹਦੇ ਵਿੱਚ ਜਿਹੜੇ ਗੁਰੂ ਅਮਰਦਾਸ ਜੀ ਦੇ ਵੇਲੇ ਦੇ ਲਿਖੇ ਹੋਏ ਨੇ ਉਹਦੇ ਵਿੱਚ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਉਤਸਵ ਜਨਮ ਦਿਨ 1 ਵਿਸਾਖ ਦਾ। ਤੇ ਜਿਹੜੀਆਂ ਸਾਡੇ ਕੋਲ ਨਾ ਪੁਰਾਤਨ ਜਨਮ ਸਾਖੀਆਂ 6 ਜਨਮ ਸਾਖੀਆਂ ਹੈਗੀਆਂ, ਜਿਨ੍ਹਾਂ ਚੋਂ 5 ਜਨਮ ਸਾਖੀਆਂ ਜਿਹੜੀਆਂ ਨੇ ਉਹ ਕਹਿੰਦੀਆਂ ਨੇ ਕਿ ਗੁਰੂ ਸਾਹਿਬ ਦਾ ਜਨਮ ਦਿਨ 1 ਵਿਸਾਖ ਦਾ। ਤੇ ਇੱਕ ਹੈਗੀ ਹੈ ਜਿਹੜੀ ਭਾਈ ਬਾਲੇ ਵਾਲੀ, ਜਿਹਨੂੰ ਸਭ ਇਤਿਹਾਸਕਾਰਾਂ ਨੇ ਕਹਿਤਾ ਕਿ ਇਹ ਤੇ ਰਬਿਸ਼ ਹੈ, ਇਹ ਬਿਲਕੁਲ ਗਲਤ ਹੈ। ਇਹ ਬੜੇ ਸਾਲਾਂ ਬਾਅਦ ਲਿਖੀ ਹੈ, ਗੁਰੂ ਨਾਨਕ ਸਾਹਿਬ ਦੇ ਵੇਲੇ ਉਸ ਵੇਲੇ ਦੀ ਨਹੀਂ ਹੈ। ਤੇ ਇਸ ਤੋਂ ਹੋਰ ਕਿਹਾ ਹੈ ਕਿ ਕਰਮ ਸਿੰਘ ਹੋਰਾਂ ਨੇ 92 ਸਾਲ ਪਹਿਲਾਂ ਇਹ ਕਿਤਾਬ ਲਿਖੀ ਸੀ ਕੱਤਕ ਕੇ ਵਿਸਾਖ। ਤੇ ਉਹਦੇ ਵਿੱਚ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਜਨਮ ਦਿਨ ਜਿਹੜਾ ਉਹ 1 ਵਿਸਾਖ ਦਾ। ਤੇ ਉਹ ਇੰਨੀਆਂ ਸਾਹਮਣੇ ਸਾਡੇ ਹੋਣ ਤੇ ਪਰ ਇਹ ਵੀ ਦੱਸਣਾ ਕਿ 345 ਸਾਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ 345 ਸਾਲ ਗੁਰੂ ਸਾਹਿਬ ਦਾ ਪ੍ਰਕਾਸ਼ ਉਤਸਵ 1 ਵਿਸਾਖ ਨੂੰ ਹੀ ਮੰਨਿਆ ਗਿਆ ਤੇ ਮਨਾਇਆ ਗਿਆ ਸ਼ੁਰੂ 'ਚ। ਪਰ ਹੁਣ ਪਿਛਲੇ 200 ਸਾਲਾਂ ਤੋਂ ਇਹ ਅਕਤੂਬਰ ਨਵੰਬਰ ਕੱਤਕ ਵਿੱਚ ਆ ਗਿਆ। ਉਹਦੇ ਵੀ ਬੜੇ ਰੀਜ਼ਨਸ ਆ। ਉਹਦੇ ਸਭ ਤੋਂ ਵੱਡਾ ਰੀਜ਼ਨ ਤੇ ਹੈ ਕਿ ਜਿਸ ਵੇਲੇ ਬੰਦਾ ਸਿੰਘ ਬਹਾਦਰ ਹੋਰਾਂ ਦੀ ਸ਼ਹਾਦਤ ਹੋ ਗਈ ਹੈ, ਉਸ ਤੋਂ ਬਾਅਦ ਜਿਹੜਾ ਨਾ ਸਿੱਖਾਂ ਦੇ ਗੁਰਦੁਆਰੇ ਸਿੱਖਾਂ ਦੇ ਬੜੇ ਤਸ਼ੱਦਦ ਹੋਏ ਤੇ ਸਿੱਖ ਤੇ ਜੰਗਲਾਂ ਵਿੱਚ ਲੁਕੇ ਰਹੇ। ਉਹਨਾਂ ਦੇ ਤੇ ਇੱਕ ਸਿਰ ਤੇ ਮੁੱਲ ਪਏ ਰਹੇ, ਤੁਹਾਨੂੰ ਪਤਾ ਹੀ ਇਤਿਹਾਸ ਦਾ। ਉਸ ਵੇਲੇ ਜਿਹੜੇ ਗੁਰਦੁਆਰੇ ਸਨ ਨਾ ਉਹ ਆ ਗਏ ਉਦਾਸੀਆਂ ਦੇ ਹੱਥ ਵਿੱਚ। ਉਹਨਾਂ ਨੇ ਲੁੱਕ ਆਫਟਰ ਕੀਤਾ। ਉਦਾਸੀ ਸਨ ਗੁਰੂ ਨਾਨਕ ਸਾਹਿਬ ਦੇ ਵੱਡੇ ਲੜਕੇ ਸ੍ਰੀ ਚੰਦ ਦੇ ਪੁਜਾਰੀ, ਉਹਨਾਂ ਵਾਸਤੇ ਸ੍ਰੀ ਚੰਦ ਗੁਰੂ ਸੀਗਾ। ਤੇ ਉਹਨਾਂ ਨੇ ਆਪਣੇ ਗੁਰੂ ਦੀ ਕੱਤਕ ਦੇ ਵਿੱਚ ਆਪਣਾ ਮਨਾਉਣਾ ਸ਼ੁਰੂ ਕਰ ਦਿੱਤਾ। ਤੇ ਉਹਦੇ ਕਰਕੇ ਉਹ ਸਾਰਿਆਂ ਨੇ ਕਿਹਾ ਸਾਡੇ ਗੁਰੂ ਦਾ ਜਨਮ ਦਿਨ ਉਦੋਂ ਹੈ। ਤੇ ਉਹ ਭੁਲੇਖਾ ਪਾ ਕੇ ਤੇ ਪੈ ਗਿਆ ਤੇ ਸਿੱਖਾਂ ਨੇ ਉਹ ਵੀ ਮਨਾਉਣਾ ਸ਼ੁਰੂ ਕਰ ਦਿੱਤਾ ਕੱਤਕ ਦੇ ਵਿੱਚ। ਫਿਰ ਉਸ ਨਾਲ ਹੋਰ ਵੀ ਜਿਹੜੇ ਸਨ ਨਿਰਮਲੇ ਆਏ, ਸਾਰੇ ਆਏ। ਤੇ ਫਿਰ ਜਿਸ ਵੇਲੇ ਸਿੱਖਾਂ ਕੋਲ ਤੇ ਆਇਆ ਨਾ ਬੜੀ ਲੇਟ ਗੁਰਦੁਆਰੇ, ਜਿਸ ਵੇਲੇ ਸਿੱਖਾਂ ਨੇ ਮੋਰਚੇ ਲਾਏ ਗਾਏ ਤੇ 1925 ਵਿੱਚ ਬਣੀ ਸ਼੍ਰੋਮਣੀ ਕਮੇਟੀ ਤੇ ਗੁਰੂ ਰਾਮਦਾਸ ਦੇ ਹੱਥਾਂ 'ਚ ਆਏ, ਉਹਨਾਂ ਨੇ ਚੇਂਜ ਨਹੀਂ ਕੀਤਾ ਨਾ। 345 ਸਾਲ ਪਹਿਲੇ ਵਿਸਾਖ ਦਾ ਕਰਦੇ ਰਹੇ ਨੇ ਤੇ ਫਿਰ 200 ਸਾਲ ਹੋ ਗਏ ਨੇ ਕੱਤਕ ਦਾ ਤੇ ਉਹਦਾ ਕਰਦੇ ਰਹੇ ਨੇ। ਇਹ ਕਿਉਂ? ਕਈ ਕਹਿੰਦੇ ਨੇ ਕਿ ਇੱਕ ਜਿਹੜਾ ਭੁਲੇਖਾ ਸ੍ਰੀ ਚੰਦ ਕਰਕੇ ਹੈ, ਕਈ ਕਹਿੰਦੇ ਨੇ ਇਤਿਹਾਸਕਾਰ ਨੇ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 1816 ਦੇ ਵਿੱਚ ਉਹਨਾਂ ਦਾ ਇੱਕ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਮਹੰਤ, ਸਾਰੇ ਮਹੰਤ ਸਨ ਤੇ ਮਹੰਤ ਦਾ ਕਬਜ਼ਾ ਸੀ ਸੰਤਾ ਸਿੰਘ ਦਾ। ਉਹਨੇ ਕਿਹਾ ਕਿ ਜਿਹੜਾ ਨਾ ਵਿਸਾਖੀ ਨੂੰ ਤਾਂ ਅਸੀਂ ਮਨਾ ਲੈਂਦੇ ਹਾਂ, ਠੀਕ ਹੈ, ਪਰ ਜਿਸ ਵੇਲੇ ਦੀਵਾਲੀ ਆਉਂਦੀ ਹੈ ਨਾ ਸਿੱਖ ਵੀ ਦੂਜੇ ਪਾਸੇ ਚਲੇ ਜਾਂਦੇ ਨੇ ਤੇ ਸਾਡੀ ਚੜ੍ਹਤ ਰੁਕ ਜਾਂਦੀ ਹੈ, ਗੁਰਦੁਆਰਿਆਂ ਵਿੱਚ ਚੜ੍ਹਤ ਨਹੀਂ ਆਉਂਦੀ। ਤੇ ਇਸ ਕਰਕੇ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਅਸੀਂ ਗੁਰਪੁਰਬ ਮਨਾ ਲਈਏ ਕਿ ਕੱਤਕ ਵਿੱਚ। ਤੇ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਓਕੇ ਕਰ ਲਓ। ਪਰ ਤਦ ਵੀ ਉਸ ਵੇਲੇ 40-50 ਸਾਲ ਲੱਗੇ ਹੋਰਨਾਂ ਸਿੱਖਾਂ ਨੂੰ ਨਾਲ ਮਿਲਦੇ ਆ, ਕਿਉਂਕਿ ਉਹ ਵਿਸਾਖ ਦੇ, ਕਿਉਂਕਿ ਚੇਂਜ ਕਰਨੀ ਬੜੀ ਮੁਸ਼ਕਲ ਹੈ। ਉਹ ਸਾਰਿਆਂ ਨੂੰ ਆਦਤ ਸੀ ਕਿ ਵਿਸਾਖ ਵਿੱਚ ਮਨਾਉਣ ਦੀ, ਤੇ ਇਸ ਕਰਕੇ ਉਹ ਵਿਸਾਖ ਵਿੱਚ ਮਨਾਉਂਦੇ ਨੇ। 40-50 ਸਾਲ ਲੱਗੇ ਤੇ ਉਹਨਾਂ ਨੇ ਫਿਰ ਆ ਕੇ ਕੱਤਕ ਵਿੱਚ ਮਨਾਉਣੀ ਸ਼ੁਰੂ ਕੀਤੀ। ਤੇ ਉਸ ਤੋਂ ਬਾਅਦ ਹੁਣ ਅਸੀਂ ਫਿਰ ਵਾਪਸ ਕਰਨੇ ਪਏ ਹਾਂ ਕਿ ਜਦ ਸਾਡੇ ਕੋਲ ਐਵੀਡੈਂਸ ਹੈ ਕਿ ਸਾਡੇ ਗੁਰੂ ਦਾ ਪ੍ਰਕਾਸ਼ ਉਤਸਵ 1 ਵਿਸਾਖ ਨੂੰ ਹੋਇਆ ਤੇ ਅਸੀਂ ਕਿਉਂ ਗਲਤ ਦਿਨ ਮਨਾਈਏ।
ਇਸ ਕਰਕੇ ਅਸੀਂ ਸੋਚਣਾ, ਕਿਉਂਕਿ ਇੱਕਦਮ ਅਸੀਂ ਚੇਂਜ ਨਹੀਂ ਕਰ ਸਕਦੇ, ਕਿਉਂਕਿ ਦੇਖੋ ਮਨਾਂ ਦੇ ਵਿੱਚ ਨਾ ਹੁੰਦਾ ਆਦਤ ਪੈ ਗਈ ਹੁੰਦੀ ਹੈ। ਹੁਣ ਜਿਸ ਤਰ੍ਹਾਂ ਮੇਰੇ ਬੇਟੇ ਦਾ ਨਾ ਜਨਮ ਦਿਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਉਸ ਦਿਨ ਹੋਇਆ, ਤੇ ਮੈਂ ਉਹਦਾ ਕੋਈ ਇੰਗਲਿਸ਼ ਤਰੀਕੇ ਨਾਲ ਨਹੀਂ ਮਨਾਉਂਦੀ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਹੀ ਮੈਂ ਉਹਦਾ ਜਨਮ ਦਿਨ ਮਨਾਉਂਦੀ ਹਾਂ। ਹੁਣ ਸਾਡੇ ਇੱਥੇ ਪੂਰੀ ਤਰ੍ਹਾਂ ਹੋ ਗਿਆ ਕਿ ਬਈ ਗੁਰੂ ਨਾਨਕ ਦੇ ਨਵੰਬਰ ਇਹਨੂੰ ਸ਼ਿਫਟ ਕਰਦੇ ਹਾਂ। ਇਹੀ ਹੱਥ ਜੋੜ ਕੇ ਸਾਡੀ ਬੇਨਤੀ ਹੈ ਕਿ ਅਵੇਅਰਨੈਸ ਲਿਆਓ, ਇਸ 'ਤੇ ਰਿਸਰਚ ਕਰੋ। ਦੇਖੋ ਹੁਣ ਇਹ ਨਾ ਹੋ ਜਾਏ, ਮੈਨੂੰ ਪਤਾ ਕੀ ਡਰ ਹੈ ਕਿ ਕੋਈ ਅਵੇਅਰਨੈਸ ਆ ਜਾਏਗੀ, ਕੋਈ ਨਵੰਬਰ ਵਿੱਚ ਮਨਾਉਣ ਤੇ ਕੋਈ ਇੱਦਾਂ, ਇਹ ਤੇ ਇਸ ਤੋਂ ਬੁਰੀ ਚੀਜ਼ ਤਾਂ ਅਸੀਂ ਕੁਝ ਕਰ ਨਹੀਂ ਸਕਦੇ, ਕਿਉਂਕਿ ਇੱਕ ਪਿਓ ਦੇ 2 ਦਿਨ ਹੋਣ, ਅੱਧੇ ਬੱਚੇ ਉਸ ਦਿਨ ਮਨਾਉਣ, ਹਾਊ ਦੈਟ ਵੁੱਡ ਬੀ ਹੈਪੀ। ਇੱਕ ਚੀਜ਼ ਨੂੰ ਡਿਸਾਈਡ ਕਰੋ, ਰਿਸਰਚ ਕੀਤੀ ਜਾਣੀ ਚਾਹੀਦੀ ਹੈ ਔਰ ਪੂਰਾ ਕਰਕੇ। ਮੈਨੂੰ ਦੱਸੋ, ਓਰੀਜਨਲ ਜਦੋਂ ਅਕਤੂਬਰ ਨਵੰਬਰ ਦੇ ਵਿੱਚ ਜਾਂ ਹੁਣ ਵਿਸਾਖੀ ਤੁਸੀਂ ਕਰਦੇ ਹੋ, ਇਹ ਚੇਂਜ ਵਿੱਚ ਕਨਫਿਊਜ਼ਨ ਨਹੀਂ ਕਰੇਗਾ? ਜਿੱਦਾਂ ਤੁਸੀਂ ਕਹਿ ਕੇ ਹਟਿਓ, ਅੱਧੇ ਉੱਧਰ ਲੱਗਣਗੇ ਫਿਰ। ਪਰ ਸ਼ਾਇਦ ਥੋੜਾ ਟਾਈਮ ਲੱਗ ਜਾਏ, ਕਿਉਂਕਿ ਜਿਸ ਵੇਲੇ ਉਹਨਾਂ ਨੇ ਚੇਂਜ ਕੀਤੀ ਵਿਸਾਖ ਤੋਂ ਕੱਤਕ ਦੀ, ਉਸ ਵੇਲੇ ਵੀ 40-50 ਸਾਲ ਲੱਗੇ। 1816 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, ਤੇ 1868 ਤੱਕ ਜਿਹੜਾ ਸੀ ਲੱਗ ਗਿਆ, ਤੇ ਤਾਂ ਜਾ ਕੇ ਇਹ ਮੁੜ ਕੇ ਉਹਨਾਂ ਨੇ ਕੱਤਕ ਵਿੱਚ ਵਸਾਣੀ। ਤੇ ਹੁਣ ਅਸੀਂ ਫਿਰ ਜੇ ਵਾਪਸ ਓਰੀਜਨਲ ਡੇਟ ਤੇ ਜਾਵਾਂਗੇ, ਸਾਨੂੰ ਥੋੜਾ ਟਾਈਮ ਤੇ ਲੱਗੇਗਾ, ਕਿਉਂਕਿ ਸਾਨੂੰ ਆਦਤ ਪੈ ਗਈ ਹੈ। ਜਿਹੜੀ ਗੱਲ ਦੀ ਆਦਤ ਪੈ ਜਾਏ, ਜਿਸ ਤਰ੍ਹਾਂ ਦੱਸਦੇ ਨੇ, ਬੜੀ ਮੁਸ਼ਕਲ ਹੈ। ਮੈਨੂੰ ਯਾਦ ਆ, ਅਸੀਂ ਛੋਟੇ ਹੁੰਦੇ ਸੀ ਨਾ, ਸਕੂਲਾਂ ਦੇ ਵਿੱਚ ਤੇ ਪੜ੍ਹਦੇ ਹੁੰਦੇ ਸੀ, ਰੱਟੇ ਲਾਉਂਦੇ ਹੁੰਦੇ ਸੀ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ, ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ। ਤੇ ਫਿਰ ਹੌਲੀ ਹੌਲੀ ਵੱਡੇ ਹੋਏ ਤੇ ਸਮਝ ਆਏ, ਵਾਟ ਡੂ ਵੀ ਮੀਨ ਬਾਈ ਪਾਤਸ਼ਾਹੀ? ਪਾਤਸ਼ਾਹੀ ਤੇ ਰਾਜਾ ਹੁੰਦਾ, ਤੇ ਰਾਜਾ ਇਜ਼ ਨਥਿੰਗ ਇਨ ਫਰੰਟ ਆਫ ਆ ਗੁਰੂ। ਅਸੀਂ ਉਹ ਪਾਤਸ਼ਾਹੀ ਕਿਉਂ ਲਗਾਉਂਦੇ ਆ? ਪਰ ਜੀ ਇੰਨੇ ਸਕਾਲਰਸ ਹੈਗੇ ਨੇ, ਤੁਸੀਂ ਜਿੱਦਾਂ ਤੁਸੀਂ ਦੱਸ ਕੇ ਹੋ, ਬੜੇ ਰਿਸਰਚ ਕਰਦੇ ਹੋ, ਆਪਣੇ ਬੜੇ ਫੇਮਸ ਹਿਸਟੋਰੀਅਨ ਹੋਏ ਨੇ ਜਿਨ੍ਹਾਂ ਨੇ ਸਾਰਾ ਕੁਝ ਹਿਸਟਰੀ ਕੱਢੀ ਹੈਗੀ ਆ। ਹੁਣ ਜਿਹੜਾ ਬਰਥ ਆਫ ਖਾਲਸਾ 1699 ਆਲਮੋਸਟ 500-550 ਸਾਲ ਹੋ ਗਏ ਨੇ, ਅਸੀਂ ਹਾਲੇ ਵੀ ਕਿਸੇ ਰਸਤੇ 'ਚ ਨਹੀਂ ਪਹੁੰਚੇ ਚੀਜ਼ਾਂ ਦੇ ਵਿੱਚ। ਇੱਕ ਚੀਜ਼ ਮੈਨੂੰ ਸੈਂਸ ਲੱਗਦੀ ਹੈ ਕਿ ਦੇਖੋ ਇੰਨਾ ਵੱਡਾ ਦਿਨ ਸ਼ੁਰੂ ਤੇ ਗੁਰੂ ਨਾਨਕ ਦੇਵ ਜੀ ਤੋਂ ਹੀ ਨਾ ਸਿੱਖੀ ਕੰਪਲੀਟ ਕਰਨੀ ਸੀ ਅੱਜ, ਹੈ। ਔਰ ਵਿਸਾਖੀ ਵਾਲਾ ਦਿਨ ਕਿਉਂ ਚੁਣਿਆ ਗੁਰੂ ਗੋਬਿੰਦ ਸਿੰਘ ਜੀ ਨੇ? ਮੇਕ ਸੈਂਸ ਕਿ ਉਹ ਦਿਨ ਚੁਣਿਆ ਗਿਆ ਹੈ ਜਦੋਂ ਗੁਰੂ ਨਾਨਕ ਦੇਵ ਜੀ ਦਾ, ਇਟ ਮੇਕ ਸੈਂਸ ਨਾ ਕਿ ਉਹਨਾਂ ਨੇ ਉਸ ਦਿਨ ਖਾਲਸਾ ਤਿਆਰ ਕੀਤਾ ਹੈ, ਔਰ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ। ਵਾਈ ਵੁੱਡ ਹੀ ਚੂਜ਼ ਵਿਸਾਖੀ ਦਾ ਦਿਨ? ਇਹ ਕਿਉਂਕਿ ਤੇ ਇਹ ਵੀ ਸੈਂਸ ਬਣਦੀ ਹੈ। ਪਰ ਇਸ ਦੇ ਉੱਤੇ ਅਸੀਂ ਕਹਿੰਦੇ ਹਾਂ ਕੰਮ ਜ਼ਰੂਰ ਜਲਦੀ ਹੋਣਾ ਚਾਹੀਦਾ ਹੈ। ਅਸੀਂ ਹਰ ਚੀਜ਼ ਟਿਲ ਕਰ ਦਿੰਦੇ ਹਾਂ, ਇਹ ਨਾ ਹੋਵੇ ਕਿ ਬੱਚੇ ਸਾਡੇ ਕੱਲ ਕਨਫਿਊਜ਼ ਹੋ ਜਾਣ। ਹੁਣ ਦੇਖੋ 2 ਡੇਟਾਂ ਚੱਲਦੀਆਂ, ਹੁਣ ਅਗਰ ਇਹਨੂੰ ਰੈਕਟੀਫਾਈ ਅਸੀਂ ਨਹੀਂ ਕਰਦੇ ਹਾਂ ਔਰ ਅਵੇਅਰਨੈਸ ਲਿਆ ਦਿੰਦੇ ਹਾਂ, ਬੱਚੇ ਕੱਲ ਕਿੰਨੇ ਕਨਫਿਊਜ਼ ਹੋ ਜਾਣਗੇ ਕਿ ਮਨਾਉਂਦੇ ਤੁਸੀਂ ਇਸ ਦਿਨ ਹੋ ਤੇ ਉਹ ਦਿਨ ਵੀ ਹੈਗਾ। ਸੋ ਇਸ ਚੀਜ਼ ਨੂੰ ਪਲੀਜ਼ ਇਹੀ ਕਹਿੰਦੇ ਆ, ਜਿਹੜੀਆਂ ਅਥਾਰਟੀਜ਼ ਹੈਗੀਆਂ ਇਹਨੂੰ ਜ਼ਰੂਰ ਸੋਲਵ ਕਰੋ। ਤੁਸੀਂ ਐਗਰੀ ਕਰਦੇ ਹੋ, ਜਿਹੜੀ ਅਗਰ ਕਨਫਿਊਜ਼ਨ ਕੋਈ ਰਾਜ ਹੋ ਰਹੀ ਹੈ ਤੇ ਉਹਦਾ ਕੋਈ, ਜੇ ਤੁਸੀਂ ਬੱਚਿਆਂ ਨੂੰ ਦੱਸਣਾ, ਸਹੀ ਰਸਤੇ ਪਾਣਾ ਕਿ ਸਾਰੇ ਇਕੱਠੇ ਕਰਨ, ਅਲੱਗ-ਅਲੱਗ ਨਾ ਹੋ ਜਾਣ, ਕੋਈ ਸਟਰੋਂਗ ਐਵੀਡੈਂਸ ਵੀ ਤਾਂ ਚਾਹੀਦਾ ਨਾ ਉਹਦਾ। ਬਿਲਕੁਲ ਸਟਰੋਂਗ ਐਵੀਡੈਂਸ ਦੱਸਦੇ ਪਿਆ ਨਾ ਕਿ ਜੇ ਤੁਸੀਂ ਗੁਰੂ ਸਾਹਿਬ ਦੀ ਜਿਸ ਵੇਲੇ ਜੋਤੀ ਜੋਤ ਸਮਾਏ ਉਹ ਡੇਟ ਲੈ ਕੇ ਤੇ ਪਹੁੰਚੋ, ਤੇ ਤਾਂ ਬੈਕਵਰਡ ਜਾਓ, ਕਿਉਂਕਿ ਗੁਰੂ ਸਾਹਿਬ 70 ਸਾਲ ਤੇ 5 ਮਹੀਨੇ ਤੇ 7 ਦਿਨ ਇਸ ਦੁਨੀਆ 'ਚ ਰਹੇ ਆ, ਤੇ ਜੇ ਬੈਕਵਰਡ ਜਾਓ ਤਾਂ ਵੀ ਹੈ। ਤੇ ਜਿਤਨੇ ਵੱਡੇ ਰਾਈਟਰਸ ਆ, ਤੁਸੀਂ ਮਕੌਲਫ ਦਾ ਤਾਂ ਨਾਂ ਸੁਣਿਆ ਹੀ ਹੋਣਾ, ਉਹਨੇ ਵੀ ਪਹਿਲੀ ਵਿਸਾਖ ਲਿਖੀ ਹੈ। ਭਾਈ ਕਾਹਨ ਸਿੰਘ ਰਾਣਾ ਨੇ ਵੀ ਪਹਿਲੀ ਵਿਸਾਖ ਲਿਖੀ ਹੈ। ਪ੍ਰੋਫੈਸਰ ਸਤਬੀਰ ਸਿੰਘ ਰਾਣਾ ਨੇ ਵੀ ਪਹਿਲੀ ਵਿਸਾਖ ਲਿਖੀ ਹੈ। ਡਾਕਟਰ ਗੰਡਾ ਸਿੰਘ ਮੇਰੇ ਤਾਂ ਫੇਵਰੇਟ ਹੈ, ਬੜੇ ਵੱਡੇ ਹਿਸਟੋਰੀਅਨ ਹੋਏ ਨੇ, ਬੜੀਆਂ ਸੋਹਣੀਆਂ ਰਿਸਰਚ ਕੀਤੀ ਹੈ, ਉਹਨਾਂ ਨੇ ਵੀ ਪਹਿਲੀ ਵਿਸਾਖ ਲਿਖੀ ਹੈ। ਹਰੀ ਰਾਮ ਗੁਪਤਾ ਮੇਰਾ ਪ੍ਰੋਫੈਸਰ ਹੁੰਦਾ ਸੀ ਜਦੋਂ ਮੈਂ MA ਕਰਦੀ ਪਈ ਸੀਗੀ, ਉਹਨਾਂ ਵੀ ਪਹਿਲੀ ਵਿਸਾਖ ਲਿਖੀ ਹੈ। ਜਿੱਤੇ ਬੜੇ ਵੱਡੇ ਰਿਸਰਚਰ ਸੀ, ਸਾਰਿਆਂ ਨੇ ਰਿਸਰਚ ਕਰਕੇ ਇਹੀ ਦੱਸਿਆ। ਦਿਨਾਂ ਦਾ ਤੇ ਫਰਕ ਹੈ ਨਹੀਂ, ਦੇਖੋ 2-4 ਦਿਨ ਦਾ ਫਰਕ ਤੁਸੀਂ ਕਹਿ ਦਿਓ ਕਿਸ ਤਰ੍ਹਾਂ ਕੱਢੀਏ, ਈਜ਼ਲੀ ਇਟ ਕੈਨ ਬੀ ਪ੍ਰੂਵ। ਮਹੀਨਿਆਂ ਦਾ ਫਰਕ ਹੈ, 5 ਮਹੀਨਿਆਂ ਦਾ ਫਰਕ ਤੁਸੀਂ ਕੱਢ ਸਕਦੇ ਹੋ ਰਿਸਰਚ ਜਿਸ ਤਰ੍ਹਾਂ ਇਹਨਾਂ ਨੇ ਕੀਤੀ ਹੋਈ ਹੈ। ਇਸ ਚੀਜ਼ ਨੂੰ ਪਲੀਜ਼ ਸਿਰਫ ਲੋੜ ਹੈਗੀ ਹੈ ਸਾਡੇ ਨੂੰ ਸੀਰੀਅਸ ਲੈਣ ਦੀ, ਸਮਝਣ ਦੀ, ਬਸ ਇੱਕ ਵਾਰੀ ਸਮਝ ਆਓ। ਪਰ ਨਾ ਆਦਤ ਵੀ ਹੈ, ਮੈਂ ਜਿਸ ਤਰ੍ਹਾਂ ਦੱਸ ਰਹੀ ਸੀ ਨਾ ਕਿ ਅਸੀਂ ਇੰਝ ਕਰਦੇ ਸੀ, ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ, ਤੇ ਮੈਂ ਵੱਡੇ ਹੋ ਕੇ ਸੋਚਿਆ, ਫਿਰ ਅਸੀਂ ਸੋਚਿਆ ਕਿ ਦੇਵ ਕਿੱਥੋਂ ਆ ਗਿਆ? ਗੁਰੂ ਗ੍ਰੰਥ ਸਾਹਿਬ ਜੀ ਤਾਂ ਲਿਖਿਆ ਨਾਨਕ ਨਾਨਕ ਨਾਨਕ, ਆਪ ਵੀ ਉਹਨਾਂ ਨੇ ਲਿਖਿਆ, ਦੂਜੇ ਗੁਰੂਆਂ ਨੇ, ਇਹ ਦੇਵ ਕਿੰਨੇ ਵੀ ਚਲਾ ਦਿੱਤਾ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਦਾ ਅੰਗਦ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਇਹ ਲੈਣਾ ਉਹਨਾਂ ਦਾ ਨਾਂ ਸੀ ਤੇ ਮੇਰਾ ਅੰਗਦ ਹੈ, ਫਿਰ ਦੇਵ ਵਿੱਚੋਂ ਕਿੱਥੋਂ ਆ ਗਿਆ? ਸਮਝ ਕੇ ਤੇ ਮੈਂ ਕਿਹਾ ਨਹੀਂ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ,
ਪਰ ਤਾਂ ਵੀ ਆਦਤ ਪਈ ਛੋਟੇ ਹੁੰਦਿਆਂ ਦੀ ਦੇਵ ਕਹਿੰਦੀ ਮੂੰਹੋਂ ਗੁਰੂ ਨਾਨਕ ਦੇਵ ਹੀ ਨਿਕਲ ਜਾਂਦਾ ਕਈ ਵਾਰ। ਜੀ ਮੈਂ ਅੱਗੇ ਥੋੜਾ ਸੋ ਆਦਤਾਂ ਦੀ ਗੱਲ ਹੈ। ਆਪਾਂ ਜੇ ਥੋੜਾ ਅੱਗੇ ਮੂਵ ਕਰੀਏ, ਜਦੋਂ ਹੁਣ ਆਪਣੇ ਪੰਜ ਪਿਆਰੇ ਦਾ ਆਪਣਾ ਸੀਗਾ ਕਿਲਿੰਗ ਆਫ ਜਿਹੜੇ ਗੋਟਸ ਦਾ ਸੀਗਾ, ਉਹਦੇ ਬਾਰੇ ਕੁਝ ਦੱਸੋ ਕਿ ਬੰਦਿਆਂ ਨੂੰ ਉਹਦੇ ਚ ਅੱਛਾ, ਉਹਦੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ। ਇਹ ਹਾਲੇ ਤੱਕ ਵੀ ਗੱਲ ਚੱਲਦੀ ਪਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ 5 ਬੱਕਰੇ ਲੈ ਕੇ ਔਰ ਉਹਨਾਂ ਨੇ ਅੰਦਰ ਬੱਕਰਾ ਮਾਰਿਆ। ਇੱਕ ਗੱਲ ਵੀਰ ਜੀ, ਕਾਮਨ ਸੈਂਸ ਦੀ ਗੱਲ ਹੈ, ਕਦੀ ਵੀ ਸਿੱਖਾਂ ਨੇ, ਸਾਡੇ ਗੁਰੂਆਂ ਨੇ ਇਹ ਕੋਈ ਜਾਦੂ, ਕੋਈ ਕ੍ਰਿਸ਼ਮੇ ਨਹੀਂ ਦਿਖਾਏ। ਜਿਹਨੇ ਇਹ ਕ੍ਰਿਸ਼ਮਾ ਦਿਖਾਣਾ ਹੁੰਦਾ ਤੇ ਜਿਹੜੇ ਤਸੀਹੇ ਦਿੱਤੇ ਜਾਂਦੇ ਪਏ ਸੀ ਗੁਰੂ ਅਰਜਨ ਦੇਵ ਜੀ ਨੂੰ, ਉਸ ਵਕਤ ਦਿਖਾਉਂਦੇ ਨਾ, ਪਾਣੀ ਠੰਡਾ ਹੋ ਜਾਂਦਾ। ਇਹ ਨਹੀਂ ਬੇਰ ਕਰਨਾ, ਹੁਕਮ ਉੱਤੋਂ ਲੈਂਦੇ ਸੀ, ਹਿੰਮਤ ਵਾਹਿਗੁਰੂ ਹੀ ਦਿੰਦਾ, ਅਕਾਲ ਪੁਰਖ ਹੀ ਦਿੰਦਾ ਸੀ। ਮੈਨੂੰ ਦੱਸੋ ਉਹਨਾਂ ਨੂੰ ਬੱਕਰੇ, ਅੱਛਾ ਜੇ ਬੱਕਰੇ ਕੀਤੇ ਹੁਣ, ਇੰਨੀ ਰਿਸਰਚ ਹੁੰਦੀ ਹੈ, ਕੋਈ ਨਾ ਕੋਈ ਆ ਕੇ ਕਹਿੰਦਾ ਨਾ, ਕੋਈ ਵਿੱਚੋਂ ਨਿਕਲ ਆਂਦਾ ਕਿ ਅਸੀਂ ਬੱਕਰੇ ਦੇਖੇ, ਆਵਾਜ਼ ਆਈ ਸੀ, ਨਥਿੰਗ ਡੂਇੰਗ। ਹੁਣ ਇਹ ਗੱਲ ਆ ਜਾਂਦੀ ਹੈ, ਹਾਂ ਗੁਰੂ ਨੇ ਟੈਸਟ ਕਰਨਾ ਸੀ, ਉਹਨੇ ਗੁਰੂ ਨੇ ਦੇਖਣਾ ਸੀ ਕਿੰਨੇ ਕੋਈ ਅੱਜ ਤਿਆਰ ਕਰਨਾ ਨਾ, ਤਾਂ ਉਹਨਾਂ ਨੇ ਟੈਸਟ ਕਰਨਾ ਸੀ ਖਾਲਸੇ ਨੂੰ ਕਿੰਨਾ ਸਟਰੋਂਗ ਹੋ ਗਿਆ। ਅੱਗੋਂ ਉਹਨਾਂ ਨੂੰ ਪਤਾ ਸੀ ਲੜਾਈਆਂ ਵਿੱਚ ਇਹਨਾਂ ਨੇ ਜਾ ਕੇ ਸਿਰ ਦੇਣੇ ਆ, ਤੇ ਉਹਨਾਂ ਨੇ ਇੱਕ ਇਹ ਸਵਾਲ ਪਾਇਆ ਇੱਕਦਮ, ਤੇ ਕਹਿੰਦੇ ਘਬਰਾ ਗਏ ਕਿ ਇਹ ਕੀ ਗੱਲ ਹੈ। ਉਸ ਤੋਂ ਬਾਅਦ ਅੱਛਾ ਹੁਣ ਬਾਣੀ 'ਚ ਆਂਦਾ ਹੈ, ਅਸੀਂ ਕਹਿੰਦੇ ਆ ਜੀ ਬੱਕਰੇ ਮਾਰ ਕੇ ਕਿਉਂ ਕਰੇਗਾ ਹੈ, ਸਤਿਗੁਰ ਮੇਰਾ ਮਾਰ ਜਿਵਾਲੇ, ਉਹਦੇ ਕੋਲ ਹਿੰਮਤ ਹੈਗੀ ਹੈ ਮਾਰ ਕੇ ਜਿਵਾਣ ਦੀ। ਹੁਣ ਇਹ ਤੁਸੀਂ ਕਹਿੰਦੇ ਹੋ ਕਿ ਪਰਦੇ ਦੇ ਪਿੱਛੇ ਕਿਉਂ ਹੈ, ਇਹ ਗੁਰੂ ਜਾਣਦਾ, ਹੂ ਆਰ ਵੀ ਟੂ ਕੁਐਸਚਨ। ਇਹ ਗੁਰੂ ਦੀ ਆਪਣੀ ਚੀਜ਼ ਹੈ, ਬਾਕੀ ਹੈਗਾ ਕੋਈ ਬੱਕਰੇ ਨਹੀਂ ਹੋਏ। ਟੋਟਲੀ ਇਸ ਚੀਜ਼ ਨੂੰ ਅਸੀਂ ਕੰਡੈਮ ਕਰਦੇ ਹਾਂ ਔਰ ਬਿਲਕੁਲ ਮਤਲਬ ਹੀ ਨਹੀਂ ਹੈਗਾ ਇਸ ਚੀਜ਼ ਨੂੰ, ਤੇ ਬਿਲਕੁਲ ਨਾ ਹੀ ਨਹੀਂ ਲੈਣ ਦਿਓ। ਸੀ ਦਾ ਰੀਅਲ ਮਿਰੇਕਲ ਸੀ ਕਿ ਸਿੱਖ ਖੜੇ ਹੋ ਗਏ ਆਪਣੀ ਸ਼ਹਾਦਤ ਦੇਣ ਵਾਸਤੇ। ਉਹਨਾਂ ਵਾਸਤੇ ਤੇ ਉਹ ਖਤਮ ਸੀ ਨਾ, ਸੀ ਪਹਿਲੇ ਨੇ ਦਿੱਤੀ ਤੇ ਠੀਕ ਹੈ, ਉਹ ਵੀ ਮੁਸ਼ਕਲ ਹੈ। ਦੂਜੇ ਨੂੰ ਤਾਂ ਪਤਾ ਕਿ ਪਹਿਲਾ ਚਲਾ ਗਿਆ, ਸਾਹਮਣੇ ਮੈਂ ਵੀ ਚਲੇ ਜਾਣਾ, ਤੀਜੇ ਨੇ ਵੀ ਚਲੇ ਜਾਣਾ, ਚੌਥੇ ਵੀ ਨਹੀਂ, ਪਰ ਉਹਨਾਂ ਨੂੰ ਵਾਏ ਆਪਣੇ ਗੁਰੂ ਤੇ ਇਤਨਾ ਫੇਥ, इतना कि अपने सीस देने। गुरु नानक साहब ने कहा ना, जाओ तो प्रेम खेलन का चार सिरता तली गली मरियाओ। तो गुरु गोबिंद सिंह दे वेले सिखा ने सामने एग्जाम्पल दे दी है, मरने का चाव है मरो तो हर के द्वार है। ਇਹ ਚੀਜ਼ ਬਾਣੀ ਪੜ੍ਹ ਕੇ ਇਹੀ ਟੈਸਟ ਕਰਨਾ ਸੀ ਕਿ ਕਿੰਨਾ ਕੁਝ ਮੇਰਾ ਖਾਲਸਾ ਇਸ ਬਾਣੀ ਦੇ ਉੱਤੇ ਕਿੰਨਾ ਕੁਝ ਤਕੜਾ ਹੋ ਗਿਆ। ਜਦੋਂ ਉਹਨਾਂ ਨੇ ਆ ਕੇ ਆਪਣੇ ਸੀਸ ਦੇਣੇ ਸ਼ੁਰੂ, ਟਰਸਟ ਕਰਦੇ ਸੀ ਗੁਰੂ ਦੇ ਉੱਤੇ। ਤੇ ਇਹ ਹੁਣ ਤੇ ਫਿਰ ਜਿੰਨੇ ਵੀ ਲੋਕਾਂ ਨੇ ਆਈ ਜਾਣਾ ਸੀ, ਹਾਂ ਭੱਜੇ ਭਾਗ ਦੌੜ ਕਹਿੰਦੇ ਹੋਈ ਹੈ, ਭਾਗ ਦੌੜ ਹੁੰਦੀ ਜਿਸ ਵੇਲੇ ਇਕੱਠੇ ਹੋਏ ਹੁੰਦੇ ਨੇ ਲੋਕੀ, ਹਾਂ ਕੁਝ ਸ਼ਰਧਾਲੂ ਹੁੰਦੇ ਨੇ ਤੇ ਕੁਝ ਆਪਣਾ ਖਾਣ ਪੀਣ ਜਾਂਦੇ, ਉਹ ਭੱਜ ਗਏ ਹੈ। ਬਾਕੀ ਤੇ ਦੇਖੋ ਭੱਜ ਤੇ ਗੁਰੂ ਦਾ ਸਿੱਖ ਕਦੇ ਨਹੀਂ ਭੱਜਿਆ। ਉਹ ਪਤਾ ਨਹੀਂ ਤੁਹਾਨੂੰ ਸੁਣਿਆ ਨਾ, ਗੁਰੂ ਗੋਬਿੰਦ ਸਿੰਘ ਨੂੰ ਕਿਸੇ ਨੇ ਪਿਸਟਲ ਲਿਆ ਕੇ ਉਹ ਗਨ ਜੋ ਵੀ ਹੈ ਉਹ ਦਿੱਤੀ, ਤੇ ਉਹ ਗੁਰੂ ਸਾਹਿਬ ਨੇ ਕਹਿੰਦੇ ਨੇ ਅੱਛਾ ਹੁਣ ਨਾ ਟੈਸਟ ਕਰੀਏ, ਤੇ ਚਲਾ ਕੇ ਉਹ ਸਿੱਖ ਅੱਗੇ ਖੜੇ ਹੋ ਗਏ। ਇੱਕ ਅੱਗੇ ਖੜੇ, ਦੂਜਾ ਅੱਗੇ ਕਵੇ ਨਹੀਂ ਮੈਨੂੰ ਜਾਣਦੇ, ਮੈਂ ਤੂੰ ਵੱਡਾ ਹੈਗਾ, ਤੂੰ ਸਿਆਣਾ, ਤੂੰ ਸਮਝਦਾਰ ਹੈ, ਤੇ ਮੈਂ ਸਾਨੂੰ ਤੇਰੀ ਲੋੜ ਹੈ। ਤੇ ਜਵਾਨ ਆ ਕੇ ਵੱਡਾ ਹੋ ਕੇ ਕਹਿੰਦਾ ਨਹੀਂ ਮੈਨੂੰ ਅੱਗੇ ਜਾਣਦੇ ਕਿ ਤੂੰ ਤੇ ਜਵਾਨ ਹੈ, ਤੇਰਾ ਤੇ ਬੜੀ ਉਮਰ ਪਈ ਹੈ। ਸੋ ਉਹ ਗੁਰੂ ਵਾਸਤੇ ਇੰਨਾ ਕੁਝ ਦੇਣ ਨੂੰ ਤਿਆਰ ਆ, ਤਾਂ ਅਸੀਂ ਕਿਸ ਤਰ੍ਹਾਂ ਕਰ ਸਕਦੇ? ਗੁਰੂ ਦੇ ਸਿੰਘ ਨੱਚ ਸਕਦੇ ਕਦੀ ਨਾ, ਕਦੀ ਨਹੀਂ। ਇਹ ਗੁਰੂ ਸਾਹਿਬ ਦੇ ਵੇਲੇ ਨਹੀਂ, ਪਿੱਛੋਂ ਵੀ ਤੁਸੀਂ ਦੇਖੋ ਬੰਦੇ ਬਹਾਦਰ ਨਾਲ ਕਿੰਨੇ ਸਿੰਘਾਂ ਦੇ ਸੀਸ ਦਿੱਤੇ, ਸ਼ਹੀਦੀਆਂ ਪਾਈਆਂ, ਕੋਈ ਨਹੀਂ ਭੱਜਿਆ, ਕਿਸੇ ਨੇ ਨਹੀਂ ਕਿਹਾ ਅਸੀਂ ਤੇਰਾ ਗੁਰੂ ਦੇ ਸਿੱਖ ਨਹੀਂ ਆ। ਸੋ ਇਹ ਗੱਲਾਂ ਜਿਹੜੀਆਂ ਨਾ ਇੱਧਰ ਉੱਧਰ ਦੀਆਂ ਕਰਦੇ ਰਹਿੰਦੇ ਆ, ਤੇ ਕੋਈ ਪਰੇ ਨਹੀਂ ਗਿਆ, ਕੁਛ ਨਹੀਂ ਗਿਆ, ਗੁਰੂ ਵਾਸਤੇ ਸੀਸ ਦੇਣ ਨੂੰ ਉਹ ਤਿਆਰ ਹੋਏ। ਨਾ ਹੀ ਇਹ ਡਿਸੀਜਨ ਹੈਗਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਉੱਤੋਂ ਹੁਕਮ ਆਉਂਦਾ ਸੀ। ਸਾਰੇ ਗੁਰੂਆਂ ਨੇ ਕਿਹਾ ਸਾਨੂੰ ਉੱਤੋਂ ਹੁਕਮ ਆਉਂਦਾ, ਸਿੱਧੇ ਕਨੈਕਟਡ ਸੀਗੇ ਅਕਾਲ ਪੁਰਖ ਨਾਲ, ਉੱਤੋਂ ਹੁਕਮ ਆਉਂਦਾ। खालसा अकाल पुरख की फौज है, प्रगट्यो खालसा परमात्मा की मौज। परमात्मा हुक्म आया मज़े च उन्होंने खालसे का, तो उधरों कहते ना जो 5 निकले तो पूरे शस्त्रधारी सीगे, तो जिसले उन्होंने रहतनामे किया, हाँ तो अमृत तैयार किया, तो ਉਹਦੇ ਵਿੱਚ ਫਿਰ ਮਾਤਾ ਗੁਜਰੀ ਨੇ ਕਿਹਾ ਕਿ ਤੁਸੀਂ ਵੀਰ ਮਾਤਾ ਸੁੰਦਰੀ, ਉਹਨਾਂ ਨੇ ਕਿਹਾ ਕਿ ਦੇਖੋ ਇਹਨਾਂ ਨੂੰ ਵੀਰਤਾ ਤੇ ਤੁਸੀਂ ਦੇ ਦਿੱਤੀ ਹੈ, ਇੱਕ ਚੀਜ਼ ਮੈਂ ਵੀ ਐਡ ਕਰਨਾ ਚਾਹੂੰਗੀ। ਤੇ ਉਹਨਾਂ ਨੇ ਇਹਨਾਂ ਵਿੱਚ ਪਤਾਸੇ ਪਾ ਦਿੱਤੇ ਕਿ ਮੇਰਾ ਜਿਹੜਾ ਸਾਡਾ ਖਾਲਸਾ ਹੈ ਵੀਰ ਵੀ ਹੋਏਗਾ, ਮਿੱਠਾ ਵੀ ਹੋਏਗਾ, ਸਹਿਜ ਵੀ ਹੋਏਗਾ ਇਹਦੇ 'ਚ। ਸੋ ਇਹੋ ਜਿਹੀ ਚੀਜ਼ ਇਹ ਉੱਤੋਂ ਆ ਰਹੀ ਹੈ। ਗੁਰੂ ਗੋਬਿੰਦ ਸਿੰਘ ਨੇ ਕਦੀ ਕਲੇਮ ਨਹੀਂ ਕੀਤਾ। ਸਪਿਰਚੁਅਲ ਪਾਵਰਸ ਆ ਉਹਨਾਂ ਕੋਲ, ਸਪਿਰਚੁਅਲਿਟੀ ਇੰਨੀ ਹਾਈ ਹੈ। ਉੱਤੋਂ ਤਾਂ ਅਸੀਂ ਤਾਂ ਕਹਿੰਦੇ ਗੁਰੂ ਸਾਡੇ ਅੰਦਰ ਹੀ ਹੈ ਨਾ, ਵਾਹਿਗੁਰੂ ਸਾਡੇ ਅੰਦਰ ਹੀ ਹੈ ਨਾ, ਪਰ ਜਿੱਥੋਂ ਜੋ ਮਰਜ਼ੀ ਕਹਿ ਲਵੋ, ਪਰ ਉਹਦਾ ਸਪਿਰਚੁਅਲ ਪਾਵਰ ਇੰਨੀ ਹੈ। ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ
ਕਿ ਹੁਣ ਤਾਂ ਇੰਨੇ ਸਾਲ ਹੋ ਗਏ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਤੇ ਹੁਣ ਮੈਂ ਦੇਖਾਂ ਮੇਰਾ ਖਾਲਸਾ ਜਵਾਨ ਹੋਇਆ ਕਿ ਨਹੀਂ ਹੋਇਆ। ਬਿਲਕੁਲ ਬੱਚੇ ਦੇ ਨਾਲ ਦੀ ਨਾਲ ਗੱਲ ਤੁਸੀਂ ਗੱਲਾਂ ਕਰਦੇ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਇਹ ਨਹੀਂ ਕਿ ਅਸੀਂ ਸਿੱਖਿਆ ਕਿ ਤਾਂ ਕਹਿੰਦਾ ਇਹ ਇੱਕ ਕੌਮ ਬੜੀ ਬਹਾਦਰ ਮੰਨੀ ਗਈ ਹੈ। ਇਹ ਬਹਾਦਰੀ ਨਾ ਡਰ ਕੌਮ, ਜਿੱਦਾਂ ਤੁਸੀਂ ਦੱਸਿਆ ਕਿ ਸਾਹਮਣੇ ਇੱਕ ਦੂਜੇ ਤੋਂ ਅੱਗੇ ਖੜੇ ਹੋ ਜਾਂਦੇ ਸੀਗੇ ਕਿਉਂਕਿ ਸਾਡੇ ਗੁਰੂਆਂ ਦਾ ਐਗਜ਼ਾਮਪਲ ਸੀਗਾ ਤਾਂ ਸਟਰੋਂਗ ਬਣੀ ਹੈ ਕੌਮ। ਅੰਗਰੇਜ਼ ਹੈਰਾਨ ਹੁੰਦੇ ਪਿਆ ਐਸਆਰਗਰੀ ਦੀ ਅਸੀਂ ਤੇ 22 ਜਿਹੜੇ ਸਿੱਖ ਹੈਗੇ ਆ ਬਿਲਕੁਲ ਪਿੱਛੋਂ ਆਰਡਰ ਆ ਗਿਆ ਕਿ ਤੁਸੀਂ ਚਲੇ ਜਾਓ, ਇਹਨਾਂ ਕੋਲ ਤੇ ਹਜ਼ਾਰਾਂ ਦੀ ਸੈਨਾ ਆ ਰਹੀ ਹੈ ਸਾਰੇ ਤੇ ਤੁਸੀਂ ਤੇ ਖਤਮ ਹੀ ਹੋ ਜਾਓਗੇ ਨੋ ਟਾਈਮ। ਤੇ ਇਹਨਾਂ ਨੇ ਡਿਸਾਈਡ ਕੀਤਾ ਕਿ ਬਈ ਨਹੀਂ ਅਸੀਂ ਪਿੱਠ ਦੇ ਕੇ ਨਹੀਂ ਜਾਣਾ ਤੇ ਅਸੀਂ ਜਿੰਨਾ ਤੱਕ ਲੜੇ। ਕਿੰਨੇ ਹਜ਼ਾਰਾਂ ਬੰਦਿਆਂ ਨੇ ਮਾਰੇ ਔਰ ਬਾਏ ਦਾ ਟਾਈਮ ਪਾਸ ਕਰਦੇ ਰਹੇ ਸਵੇਰ ਤੱਕ। ਫਿਰ ਉਦੋਂ ਦੂਜੀਆਂ ਸੈਨਾ ਆ ਗਏ ਤੇ ਉਹਨਾਂ ਨੇ ਵਿਨ ਕੀ 22। ਇਹ ਤੇ ਅੰਗਰੇਜ਼ਾਂ ਨੇ ਦੇਖਿਆ, ਤੁਸੀਂ ਸਾਡੇ ਤੇ ਪਿਛਲੀ ਹਿਸਟਰੀ ਛੱਡ ਦਿਓ ਉਹ ਵੀ ਹੈਰਾਨ ਹੁੰਦੇ ਆ। ਤੇ ਇੰਨੀ ਗੁਰੂ ਸਾਹਿਬ ਨੇ ਇੰਨਾ ਪਿਆਰ ਹਿਊਮੈਨਿਟੀ ਨਾਲ, ਕਿਉਂਕਿ ਅਸੀਂ ਇਹ ਕਹਿੰਦੇ ਨਾ ਇੱਕ ਵਾਹਿਗੁਰੂ ਹੈ ਇੱਕ ਹਿਊਮੈਨਿਟੀ ਹੈ, ਤੇ ਸਰਵਿੰਗ ਹਿਊਮੈਨਿਟੀ ਇਜ਼ ਸਰਵਿੰਗ ਗॉड। ਤੇ ਜਿਸ ਲਈ ਇੰਨਾ ਕੁੱਟ ਕੇ ਪਿਆਰ ਭਰਿਆ ਕਿ ਕਿਸੇ ਤੇ ਉਹਨਾਂ ਤੇ ਅਸੀਂ ਜ਼ੁਲਮ ਹੁੰਦਾ ਨਹੀਂ ਦੇਖ ਸਕਦੇ। ਸਿੱਖਾਂ ਦਾ ਇਹੋ ਸੀਗਾ ਨਾ, ਹੋਰ ਉਹਨਾਂ ਨੂੰ ਕੀ ਲੋੜ ਪਈ ਸੀ? ਜਿਸ ਲਈ ਬਾਹਰੋਂ ਮੁਗਲ ਆਉਂਦੇ ਸਨ, ਲੜਾਈਆਂ ਹੁੰਦੀਆਂ ਸਨ, ਕਿਉਂ ਲੜਦੇ ਸਨ? ਔਰਤਾਂ ਚੁੱਕ ਕੇ ਲੈ ਜਾਂਦੇ ਸਨ, ਕਿਉਂ ਲੜ ਕੇ ਵਾਪਸ ਲੈ ਆਉਂਦੇ ਸਨ? ਕਿ ਇਹ ਵਾਹਿਗੁਰੂ ਦੀ ਹਿਊਮੈਨਿਟੀ ਹੈ, ਇਹ ਵਾਹਿਗੁਰੂ ਦਾ, ਇਹਨਾਂ ਤੇ ਅਸੀਂ ਤਸ਼ੱਦਦ ਹੋਣਾ ਨਹੀਂ ਦੇਖ ਸਕਦੇ। ਦੂਸਰੀ ਗੱਲ ਕਿ ਆਪਣੀ ਕੌਮ ਨੇ ਤਕਲੀਫਾਂ ਬੜੀਆਂ ਉਠਾਈਆਂ, ਬਹੁਤ ਸ਼ਹਾਦਤਾਂ ਦਿੱਤੀਆਂ ਨੇ, ਹੁਣ ਤੱਕ ਦਿੰਦੇ ਆ ਰਹੇ ਨੇ। ਇੱਕ ਉਹਦੇ ਕਰਕੇ ਤੇ ਬੰਦਾ ਕਿਉਂ ਇੱਦਾਂ ਦੀ ਜ਼ਿੰਦਗੀ ਜਿੰਦਾ ਤੇ ਆਪੇ ਉਹਦੇ 'ਚ ਤਾਕਤ ਆ ਜਾਂਦੀ ਹੈ, ਸਪਿਰਿਚੁਅਲ ਪਾਵਰ। ਇੱਕ ਤਾਂ ਸਪਿਰਿਚੁਅਲ ਪਾਵਰ ਗੁਰੂ ਸਾਹਿਬ ਦੀਆਂ ਟੀਚਿੰਗ ਪੜ੍ਹੋ ਨਾ ਗੁਰੂ ਗ੍ਰੰਥ ਸਾਹਿਬ ਤੇ ਉਹਦੇ ਨਾਲ ਸਪਿਰਿਚੁਅਲ। ਦੂਜਾ ਰੋਲ ਮਾਡਲਸ ਵੀ ਹੈ। ਗੁਰੂ ਸਾਰੇ ਸਾਡੇ ਰੋਲ ਮਾਡਲਸ ਹਨ। ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਗਏ ਨੇ, ਉਹਨਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ 3 ਸਿੱਖਾਂ ਦੀ ਸ਼ਹਾਦਤ ਦੇਖਣੀ ਪਈ। ਉਹ ਕੋਈ ਸੌਖਾ ਕੰਮ ਨਹੀਂ ਸੀ। ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲਾ ਜੀ ਕਿਸ ਤਰ੍ਹਾਂ ਤਸੀਹੇ ਦੇ ਕੇ ਜਾਣ ਕੇ ਉਹਨਾਂ ਨੇ ਬਿਠਾਇਆ ਕਿ ਇਹਨਾਂ ਨੂੰ ਡਰਾਈਏ, ਪਰ ਉਹਨਾਂ ਦੇ ਅੰਦਰ ਉਹ ਜਿਹੜੀ ਪਾਵਰ ਹੈ, ਸਪਿਰਿਚੁਅਲ ਪਾਵਰ ਹੈ ਨਾ, ਉਹ ਨਹੀਂ ਨਾ ਤੁਸੀਂ ਕਰ ਸਕਦੇ। ਤੇ ਮੈਨੂੰ ਤਾਂ ਯਾਦ ਆ, ਮੈਂ ਜਦੋਂ ਅਨੰਦਪੁਰ ਸਾਹਿਬ ਗਈ ਤੇ ਐਕਚੁਅਲੀ ਮੈਂ ਟੈਲੀਵਿਜ਼ਨ ਵਾਲਿਆਂ ਨੂੰ ਲੈ ਕੇ ਗਈ ਸੀਗੀ। ਉਹ ਸਟੋਰੀਜ਼ ਬਣਾ ਰਹੇ ਸੀ ਬੱਚਿਆਂ ਵਾਸਤੇ ਤੇ ਉਹਨਾਂ ਵਾਸਤੇ ਬੈਕਗਰਾਉਂਡ ਦਿਖਾਉਣ ਵਾਸਤੇ। ਤੇ ਮੈਂ ਦੇਖਿਆ ਉੱਥੇ ਉਹਨਾਂ ਨੇ ਕਿਹਾ ਇਹ ਖੰਡੇ ਨਾਲ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਸੀ। ਹੁਣ ਮੈਨੂੰ ਇਹ ਨਹੀਂ ਪਤਾ ਕਿ ਵਾਕਈ ਉਹੀ ਸੀ ਕਿ ਐਗਜ਼ਾਮਪਲ ਰੱਖੀ ਸੀ ਤੇ ਸੈਂਪਲ ਰੱਖਿਆ ਸੀ, ਪਰ ਮੈਂ ਦੇਖਿਆ ਤੇ ਮੈਂ ਕਿਹਾ ਉਹ ਨਜ਼ਾਰਾ ਅੱਖਾਂ ਸਾਹਮਣੇ ਆ ਗਿਆ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ, ਕਿਉਂਕਿ ਮੁਗਲ ਹਿਸਟੋਰੀਅਨਸ ਲਿਖਦੇ ਆ ਕਿ 20,000 ਆਦਮੀ ਔਰ ਔਰਤਾਂ ਨੇ ਉਸ ਦਿਨ ਅੰਮ੍ਰਿਤ ਛਕਿਆ। ਤੇ ਕਿੰਨੇ ਵੱਡੇ ਉਹਨਾਂ ਨੇ ਕਹਿੰਦੇ ਤੰਬੂ ਲੱਗੇ ਹੋਏ ਸਨ, ਕਿੰਨੀ ਸ਼ਰਧਾ ਨਾਲ ਦੁਨੀਆ ਕਿੱਥੋਂ ਚੱਲ ਕੇ ਆਈ ਸੀ। ਹੁਣ ਜਿਹੜੇ 5 ਪਿਆਰੇ ਸਨ ਕਿੱਥੋਂ ਆਏ ਹੋਏ ਸਨ। ਕੋਈ ਸਿਰਫ ਉਸੇ ਪੰਜਾਬ ਦੇ ਤੇ ਨਹੀਂ ਸਨ, ਤੇ ਇੱਕ ਪੰਜਾਬ ਦਾ, ਦਿੱਲੀ ਦਾ, ਦਵਾਰਕਾ ਦਾ, ਜਗਨਨਾਥਪੁਰੀ ਦਾ, ਬਿੱਦਰ ਦਾ, ਕਿੱਥੋਂ ਆਏ ਹੋਏ ਸਨ। ਸਾਰੇ ਚੱਲ ਕੇ ਗੁਰੂ ਦੇ ਮੈਸੇਜ ਤੇ ਉਹ ਕਿਹੜੀਆਂ ਡਿਫਰੈਂਟ ਜਾਤਾਂ ਦੇ ਸਨ। ਤੇ ਉਹਨਾਂ ਗੁਰੂ ਸਾਹਿਬ ਨੇ ਕਿਹਾ ਸਾਂਝੀਵਾਲਤਾ, ਇੱਕੋ ਅੰਮ੍ਰਿਤ ਦੇ ਬਾਟੇ ਵਿੱਚ ਸਾਂਝੀਵਾਲਤਾ ਦਾ ਅਸੀਂ ਉਪਦੇਸ਼ ਦੇਣਾ। ਉਹ ਅੰਮ੍ਰਿਤ ਛਕਣਾ ਤੁਸੀਂ ਸਾਰਿਆਂ ਨੇ ਉਹੀ ਹੋ, ਕਿਉਂਕਿ ਅਸੀਂ ਇੱਕੋ ਵਾਹਿਗੁਰੂ ਦੇ ਅਸੀਂ ਬੱਚੇ ਹਾਂ। ਫਿਰ ਉੱਥੇ ਗੁਰੂ ਸਾਹਿਬ ਦੇ ਦੇਖੋ ਸਭ ਤੋਂ ਵੱਡਾ ਮੁਸ਼ਕਲ ਇਹ ਪਈ, ਸਾਂਝੀਵਾਲਤਾ ਨੂੰ ਉਹਨਾਂ ਨੇ ਐਕਸੈਪਟ ਨਹੀਂ ਨਾ ਕੀਤਾ। ਜਾਤ ਪਾਤ ਜਿਹੜੇ ਖੱਤਰੀ ਸਨ, ਖੱਤਰੀ ਜਿਹੜੇ ਹੈ ਹਾਂਜੀ, ਉਹ ਕਹਿੰਦੇ ਤੇ ਬੜੇ ਉੱਚੀ ਜਾਤ ਦੇ ਆ, ਇਹ ਸਾਰੇ ਵਰਕਰ ਹੈਗੇ ਤੇ ਇਹਨਾਂ ਨਾਲ ਇੱਕ ਹਾਨੀ ਵੀ ਚਾਹਦੇ ਆ ਤੇ ਅਸੀਂ ਇਹਨਾਂ ਨਾਲ ਬੈਠ ਕੇ ਕਿਸ ਤਰ੍ਹਾਂ ਉਹਨਾਂ ਨੇ ਰਿਜ਼ੈਂਟ ਕੀਤਾ। ਪਰ ਵੈਰੀ ਸੈਡਲੀ ਹਾਲੇ ਤੱਕ ਸਾਡੀ ਵੀਰ ਜੀ ਇਹ ਚੀਜ਼ਾਂ ਚੱਲ ਰਹੀਆਂ ਨੇ। ਹਾਲੇ ਵੀ ਸਾਡੇ ਉਸ ਵਕਤ ਰਿਜ਼ੈਂਟ ਕੀਤਾ ਗਿਆ, ਸਮਝਾਇਆ ਗਿਆ, ਬਾਅਦ ਵਿੱਚ ਮੰਨ ਗਏ ਓਕੇ ਅਸੀਂ, ਪਰ ਹਾਲੇ ਤੱਕ ਵੀ ਤੁਸੀਂ ਮੰਨੋਗੇ ਟੀਵੀ ਦੇ ਉੱਤੇ ਪ੍ਰੋਗਰਾਮ ਹੁੰਦਾ ਪਿਆ ਸੀ ਮੈਟਰੀਮੋਨੀਅਲ। ਅੱਛਾ, ਉਹਦੇ ਵਿੱਚ 2 ਭੈਣਾਂ ਬੈਠੀਆਂ ਸੀ ਤੇ 2 ਚੀਜ਼ਾਂ ਉਹ ਕਹਿ ਰਹੀਆਂ ਸੀ, ਇੱਕ ਤੇ ਸਹਿਜਧਾਰੀ ਸਿੱਖ ਚਾਹੀਦਾ ਕੁੜੀ ਨੂੰ ਤੇ ਇੱਕ ਕਹਿ ਰਹੇ ਸੀ ਕਿ ਰਾਮਗੜੀਆ ਚਾਹੀਦਾ ਜਾਂ ਜੱਟ ਚਾਹੀਦਾ। ਮੈਂ ਫਟਾਫਟ ਫੋਨ ਚੁੱਕੀ, ਮੈਂ ਕਿਹਾ ਹੈ ਤੇ ਰਿਲੀਜੀਅਸ ਚੈਨਲ ਨਾ, ਤੇ ਤੁਸੀਂ ਇੱਥੇ ਬੈਠ ਕੇ 2 ਗੱਲਾਂ ਗਲਤ ਕਰ ਰਹੇ ਹੋ। ਤੇ ਉਹ ਕਹਿੰਦੀ ਅੱਛਾ ਨਹੀਂ ਮੈਨੂੰ ਤੇ ਨਹੀਂ ਪਤਾ, ਉਹ ਜਿਹੜੀ ਲੇਡੀ ਉਹ ਤੁਹਾਨੂੰ ਫੋਨ ਕਰੇਗੀ। ਕਹਿੰਦਾ ਭੈਣ ਜੀ ਕੀ ਕਰੀਏ, ਡਿਮਾਂਡ ਹੈਗੀ ਹੈ ਸਾਡੇ ਕੋਲ, ਪਰ ਡਿਮਾਂਡ ਹੈਗੀ ਹੈ। ਮਾਈ ਕੁਐਸਚਨ ਸਟਿਲ ਕਮ ਕਿ ਨੋਟ ਔਨ ਰਿਲੀਜੀਅਸ ਚੈਨਲ,
ਹਾਲੇ ਤੱਕ ਵੀ ਹੁੰਦਾ ਪਿਆ, ਕੋਈ ਸੁਣਦਾ ਹੀ ਨਹੀਂ ਕਿਸੇ ਦੀ ਗੱਲ, ਤੇ ਕੀ ਕਰੋਗੇ? ਦੋ ਚੀਜ਼ਾਂ, ਇੱਕ ਸਹਿਜਧਾਰੀ ਸਿੱਖ, ਤੁਸੀਂ ਬੱਚੇ ਤੁਸੀਂ ਵੀ ਐਕਸੈਪਟ ਕਰ ਲਿਆ, ਇਹ ਸਾਡੇ ਚੈਨਲ ਨੇ ਵੀ ਐਕਸੈਪਟ ਕਰ ਲਿਆ ਕਿ ਕੋਈ ਗੱਲ ਨਹੀਂ, ਸਹਿਜਧਾਰੀ ਸਿੱਖ ਇਜ਼ ਅ ਸਿੱਖ। ਇਹ ਤੇ ਚੀਜ਼ਾਂ ਗਲਤ ਹਨ, ਕਿੱਥੋਂ ਅਸੀਂ ਕਰਾਂਗੇ? ਔਰ ਇਹ ਦੇਖੋ, ਮੈਂ ਤੁਹਾਨੂੰ ਇਹ ਮੈਸੇਜ ਦਿੰਦੀ ਹਾਂ ਕਲੀਅਰਲੀ ਕਿ ਕਲ ਯੁੱਗ ਵਿੱਚ ਹੋਰ ਕੋਈ ਅਵਤਾਰ ਨਹੀਂ ਹੋਣਾ। ਹਰ ਯੁੱਗ ਵਿੱਚ ਅਵਤਾਰ ਹੋਇਆ ਤੇ ਯੁੱਗ ਬਦਲਿਆ। ਕਲ ਯੁੱਗ ਵਿੱਚ 500 ਸਾਲ ਲੱਗੇ ਹੈ, ਔਰ ਇਹ ਹੀ ਗੁਰੂ ਨਾਨਕ ਦੇਵ ਜੀ ਦਾ ਇਹ ਹੈਗਾ ਜੇ, ਕਿਸੇ ਹੋਰ ਨੇ ਨਹੀਂ ਆਣਾ। ਇਹ ਸਿੱਖ ਧਰਮ ਚੱਲੇਗਾ, ਤੁਹਾਡਾ ਰੂਪ ਵੀ ਚੱਲੇਗਾ, ਰੂਪ ਬਦਲਣ ਦਾ ਸਾਨੂੰ ਕੋਈ ਸਭ ਕੁਝ ਹੋਏਗਾ। ਹੁਣ ਤੁਹਾਡੀਆਂ ਸਾਡੀਆਂ ਬਸ ਬਦਕਿਸਮਤੀ ਹੈਗੀ ਕਿ ਅਸੀਂ ਨਹੀਂ ਅਪਣਾ ਸਕਦੇ ਪਏ, ਹੋਰ ਬੰਦੇ ਆਣਗੇ, ਦਿਲ ਸੀ ਦਾ ਪਾਵਰ, ਦੇ ਫੀਲ ਦਾ ਨੀਡ, ਔਰ ਇਸ ਧਰਮ ਹੀ ਫੱਲੇ ਫੁੱਲੇਗਾ, ਹੋਰ ਕੋਈ ਤਰੀਕਾ ਨਹੀਂ ਜੇ। ਦੇਖੋ ਹਰ ਸੋਸਾਇਟੀ ਹੈ ਨਾ ਜੀ ਆਪਾਂ ਥੋੜਾ ਬ੍ਰੇਕ ਪਰ ਜਾ ਰਹੇ, ਟਾਈਮ ਬੜੀ ਫਾਸਟ ਜਾ ਰਿਹਾ, ਗੱਲਾਂ ਬੜੀਆਂ ਡੂੰਘੀਆਂ ਹੋ ਰਹੀਆਂ, ਬੜੇ ਇੰਟਰਸਟਿੰਗ। ਉਮੀਦ ਰੱਖਦਾ ਤੁਸੀਂ ਸਾਰੇ ਇੰਜੋਏ ਕਰਦੇ ਹੋਵੋਗੇ। ਪਲੀਜ਼ ਹਮੇਸ਼ਾ ਆਪਣਾ ਫੀਡਬੈਕ ਦੇ ਕਰੋ, ਕਿੱਦਾਂ ਦੇ ਪ੍ਰੋਗਰਾਮ ਚਾਹੁੰਦੇ, ਕੀ ਚਾਹੁੰਦੇ ਹੋ, ਕਿਸੇ ਤਰ੍ਹਾਂ ਡਿਸਕਸ਼ਨ ਹੁੰਦੀ, ਆਪੋ ਆਪਣਾ ਮਾਈਂਡ ਵਿੱਚ ਫੀਡਬੈਕ ਇਜ਼ ਆਲਵੇਜ਼ ਇੰਪੋਰਟੈਂਟ। ਅਸੀਂ ਪੰਜੀ ਥੋੜੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਜਾਰੀ ਰੱਖਾਂਗੇ। ਹੁਣ ਬੜੇ ਸਵਾਲ ਹੈਗੇ ਨੇ, ਸੋ ਪਲੀਜ਼ ਕੀਪ ਵਾਚਿੰਗ। ਬੜੀ ਛੋਟੀ ਬ੍ਰੇਕ ਲੈ ਕੇ ਅਸੀਂ ਤੁਹਾਡੇ ਪਾਸ ਸੁਣੀ ਵਾਪਸ ਆਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਟੂ ਦਾ ਸੈਕੰਡ ਪਾਰਟ। ਬੜੀ ਇੰਟਰਸਟਿੰਗ ਟੌਪਿਕ ਆਪਣੇ ਲੇਡੀ ਸਿੰਘ ਨਾਲ ਔਰ ਮਿਸਿਸ ਅੰਬਰ ਸੁਭਾਗ ਕੋ ਮੇਕਰ ਦੇ ਨਾਲ। ਕਾਫੀ ਹਿਸਟਰੀ ਹੈਗੀ ਆ ਭਾਜੀ। ਮੈਂ ਜੇ ਹਿਸਟਰੀ ਦੀ ਗੱਲ ਸਟਾਰਟ ਕਰਾਂ, ਬੜੇ ਸਵਾਲ ਹੈਗੇ ਨੇ, ਟਾਈਮ ਬੜੀ ਫਾਸਟ ਚੱਲੀ ਜਾ ਰਿਹਾ। ਸਾਡਾ ਯੰਗੈਸਟ ਰਿਲੀਜਨ ਹੈਗਾ, ਲੇਕਿਨ ਸਾਡੀ ਹਿਸਟਰੀ ਬਹੁਤ ਹੈਗੀ ਪਰ ਸੈਡ ਔਰ ਐਵੀਡੈਂਸ ਵੀ ਹੈਗੇ ਨੇ। ਅੱਛਾ, ਹਰ ਚੀਜ਼ ਮੰਨਦੇ ਆ, ਹਰ ਦੁਨੀਆ ਦਾ ਹਰ ਬੰਦਾ ਹਰ ਚੀਜ਼ ਮੰਨ ਜਾਏਗਾ। ਕੁਐਸਚਨ ਮਾਰਕ ਆ ਜਾਂਦਾ ਤੇ ਸਾਡੇ ਰੂਪ ਦੇ ਉੱਤੇ, ਇਜ਼ ਇਟ ਇੰਪੋਰਟੈਂਟ? ਸਾਡੇ ਬੱਚੇ ਵੀ ਐਸਾ ਸਵਾਲ ਕਰਦੇ, ਇਜ਼ ਇਟ ਇੰਪੋਰਟੈਂਟ ਕਿ ਅਸੀਂ, ਇਟ ਇਜ਼ ਇੰਪੋਰਟੈਂਟ। ਸਾਨੂੰ ਗੁਰੂ ਨੇ ਅਗਰ ਬਾਣੀ ਦਿੱਤੀ ਹੈ, ਇਹ ਬਾਣਾ ਵੀ ਗੁਰੂ ਨੇ ਦਿੱਤਾ ਹੈ, ਤੇ ਇਹ ਇਸ ਤੋਂ ਬਿਨਾਂ ਇਹਨੂੰ ਅਲੱਗ ਕਰ ਦਿਓ ਬਾਣੇ ਨੂੰ, ਤੇ ਸਿੱਖੀ ਨਹੀਂ ਹੈਗੀ। ਇਹ ਤੁਸੀਂ ਸਮਝੋ, ਮੈਂ ਇੰਡੀਆ ਗੱਲ ਕਰ ਰਹੀ ਸੀ ਕਿਸੇ ਨਾਲ, ਤੇ ਮੈਨੂੰ ਕਹਿੰਦੇ ਭੈਣ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਸਿੱਖੀ ਰਹੇਗੀ ਪਰ ਉਹਦਾ ਰੂਪ ਰੂਪ ਬਦਲ ਜਾਏਗਾ। ਹੂ ਆਰ ਵੀ ਟੂ ਡਿਸਾਈਡ? ਜਿਸ ਗੁਰੂ ਨੇ ਸਿੱਖੀ ਦਿੱਤੀ ਹੈ ਉਹਨੇ ਰੂਪ ਦਿੱਤਾ ਹੈ। ਇਹ ਗਲਤ ਫਹਿਮੀਆਂ ਬੱਚਿਆਂ ਤੋਂ ਕੱਢੋ, ਔਰ ਤੁਹਾਨੂੰ ਦੁਨੀਆ ਫੋਲੋ ਕਰੇਗੀ। ਜਿਸੇ ਬਖਸ਼ਿਸ਼ਾਂ ਅਸੀਂ ਨਹੀਂ ਸੰਭਾਲ ਰਹੇ ਨਾ, ਕਿਉਂਕਿ ਸਾਨੂੰ ਤੇ ਐਵੇਂ ਮਿਲ ਗਿਆ ਨਾ ਗੁਰੂ। ਤੇ ਇਹ ਜਿਹੜੇ ਹੁਣ ਲੋਕੀ ਵਿਚਾਰੇ, ਇਹ ਦੇਖੋ ਨਾ ਕਿੰਨੀਆਂ ਬਿਮਾਰੀਆਂ, ਕਿੰਨੀਆਂ ਤਕਲੀਫਾਂ। ਜਿਸ ਵੇਲੇ ਤੁਹਾਡਾ ਖਾਲਸਾ ਏਡ ਜਾਂਦਾ ਹੈ ਸਭ ਜਗ੍ਹਾ, ਹੁਣ ਤੁਸੀਂ ਵੀ ਗਏ ਉੱਥੇ ਯੂਕਰੇਨ, ਜਿਸ ਵੇਲੇ ਤੱਕਦੇ ਪਗੜੀ ਵਾਲਾ ਇੰਨੀ ਸੇਵਾ ਕਰਦੇ ਪਏ, ਇਹ ਸੇਵਾ ਕਰ ਰਹੇ, ਉੱਥੇ ਤੁਹਾਨੂੰ ਰੈਕਗਨੀਸ਼ਨ ਐਂਡ ਪੀਪਲ ਵਿਲ ਅਡੋਪਟ ਰੂਪ ਨੂੰ, ਇਹ ਰੂਪ ਤੇ ਚੜ੍ਹਨਾ। ਅੱਗੋਂ ਪਤਾ ਨਹੀਂ ਕਿੰਨਾ ਔਖਾ ਟਾਈਮ ਆਏਗਾ। ਉਸ ਵਕਤ ਸਿੱਖ ਜਿਸ ਵੇਲੇ ਅਗਰ ਬਾਹਰ ਨਿਕਲੇਗਾ। ਬੜਾ ਇੰਪੋਰਟੈਂਟ ਹੈ, ਮੇਰਾ ਪਰਸਨਲ ਐਕਸਪੀਰੀਅੰਸ ਹੈ। ਉੱਥੇ ਮੇਰਾ ਨਾਮ ਨਹੀਂ ਪਪੂਲਰ ਹੋਇਆ, ਜਦ ਚੈਨਲ ਦਾ ਨਹੀਂ ਪਪੂਲਰ ਹੋਇਆ, ਇੱਕ ਦਸਤਾਰ ਬੰਦੇ ਦਾ ਬਸ ਹੋਇਆ। ਐਗਜ਼ੈਕਟਲੀ ਦੈਟਸ ਵੇਅਰ ਆਮ ਕਮਿੰਗ। ਰੂਪ ਕਿਸ ਤਰ੍ਹਾਂ ਬਦਲੇਗਾ? ਤੁਹਾਨੂੰ ਤੇ ਬਾਬੇ ਨੇ ਇੰਨੀਆਂ ਬਖਸ਼ਿਸ਼ਾਂ ਦਿੱਤੀਆਂ, ਔਰ ਜਿਸ ਹੁਣ ਤੁਸੀਂ ਤੱਕੋ ਨਾ ਸਭ ਜਗ੍ਹਾ, ਤੁਸੀਂ ਕਿੰਨਾ ਕੋਵਿਡ ਦੇ ਟਾਈਮ ਤੇ ਇੰਡੀਆ ਲੱਖਾਂ ਬੰਦੇ ਕਿੱਥੋਂ ਆ ਰਿਹਾ ਸਮਾਨ, ਨੋਬਡੀ ਨੋਜ਼। ਬੰਗਲਾ ਸਾਹਿਬ ਗੁਰਦੁਆਰੇ ਤੋਂ ਨਿਕਲ ਰਿਹਾ ਹੈ, ਇਹ ਫਿਰ ਸਾਰੀ ਦੁਨੀਆ 'ਚ ਗਈ ਨਾ। ਮੋਦੀ ਵੀ ਮੰਨ ਗਏ, ਸਾਰੇ ਇੱਥੇ ਸਾਰੀ ਦੁਨੀਆ 'ਚ ਮੰਨੇ ਗਏ। ਇੱਥੇ ਵੀ ਹਰ ਜਗ੍ਹਾ ਜਿੱਥੇ ਹੁੰਦਾ ਖਾਲਸਾ ਜਾ ਰਿਹਾ ਪਗੜੀ। ਜਦੋਂ ਤੁਸੀਂ ਇੰਡੀਆ ਦੇ ਗੱਲ ਕਰੋ, ਇਹ ਵੱਡੇ ਆਰਗੇਨਾਈਜੇਸ਼ਨ ਹੈਗੇ, ਬੜਾ ਉਹਨਾਂ ਪਾਸ ਪਾਵਰ ਹੈਗੀ ਹਰ ਤਰੀਕੇ ਦੀ। ਅਗਰ ਜੇ ਮੈਂ ਆਪਣੀ ਜੋ ਕੋਈ ਕਾਬਲ ਹੈਗਾ ਤਾਰੀਫ ਦੇ, ਉਹਦਾ ਨਾਮ ਲੈਣਾ ਪੈਂਦਾ। ਵੀ ਆਰ ਵੈਰੀ ਸਮਾਲ, ਬੜੇ ਛੋਟੇ ਏਜ ਦੇ ਵਿੱਚ, 7-8 ਸਾਲ ਹੋਏ ਨੇ, 9 ਸਾਲ ਨੂੰ, ਤੇ ਜੋ ਕੰਮ ਕਰ ਰਿਹਾ ਸਾਰੀ, ਨਾ ਸਿਰਫ ਯੂਕੇ ਦੇ ਵਿੱਚ ਔਰ ਵਰਲਡ ਵਾਈਡ ਕਰਦਾ। ਤੁਸੀਂ ਯੂਕਰੇਨ ਦੀ ਗੱਲ ਕੀਤੀ ਹੈ ਹੁਣ, ਉਹਦੇ ਬਾਰੇ ਅਗਰ ਜੇ ਮੈਂ ਲਾਕਡਾਊਨ ਦੀ ਗੱਲ ਕਰਾਂ ਭਾਈ ਜੀ, ਉਹ ਫਿਰ ਗੱਲ ਜੇ ਮੈਂ ਲਫ਼ਜ਼ ਕਹਾਂਗਾ ਕਿ ਅਸੀਂ ਫਸਟ ਦਾ ਤੇ ਸੈਕਿੰਡ ਦਾ ਸਵਾਲ ਨਹੀਂ ਹੈ। ਐਟਲੀਸਟ ਅਸੀਂ ਸੋਚ ਕੇ ਮੁੱਦਾ ਅੱਗੇ ਲੈ ਕੇ ਗਏ। ਸਾਰੇ 3-4 ਮਹੀਨੇ ਜਿਹੜੇ ਲਾਕਡਾਊਨ ਸੀਗੇ, ਕਾਲ ਚੈਨਲ ਨੇ ਸਾਰੇ ਯੂਕੇ ਦੇ ਵਿੱਚ ਛੋਟੇ ਜਿਹੇ ਸਟਾਫ ਦੇ ਨਾਲ, ਕੋਈ ਵੱਡਾ ਇਹ ਆਰਗੇਨਾਈਜੇਸ਼ਨ ਨਹੀਂ ਹੈ, ਛੋਟੀ ਸਟਾਫ ਵਾਈਜ਼ ਕੰਪੇਅਰਿੰਗ ਵਿਦ ਜਿਹੜੇ ਆਪਣੇ ਗੁਰੂ ਪ੍ਰਬੰਧਕ ਹੈਗੇ ਕਮੇਟੀਆਂ ਦਿੱਲੀ 'ਚ ਜਾਂ ਪੰਜਾਬ ਦੇ ਵਿੱਚ, ਉਹਦੇ ਮੁਤਾਬਿਕ ਬਹੁਤ ਜ਼ਬਰਦਸਤ ਕੀਤਾ। ਉਹ ਕਿਉਂ ਕੀਤਾ? ਕਿਉਂਕਿ ਤੁਸੀਂ ਸਾਨੂੰ ਸਪੋਰਟ ਕਰਦੇ ਹੋ। ਤੁਸੀਂ ਦੇਖੋ ਨਾ, ਇਤਨਾ ਸਿੱਖਾਂ ਨੇ ਇੰਨੀ ਸੇਵਾ ਕੀਤੀ ਹੈ ਇੰਡੀਆ ਦੇ ਵਿੱਚ ਵੀ। ਕੋਵਿਡ ਦੇ ਵਿੱਚ ਸਿਰਫ ਖਾਣ ਪੀਣ ਦਾ, ਗਰੋਸਰੀ ਦਾ ਹੀ ਨਹੀਂ ਹੈ, ਉੱਥੇ ਡੈਡ ਬੋਡੀਜ਼ ਨੂੰ ਚਲਾਉਣ ਵਾਲਾ ਕੋਈ ਨਹੀਂ, ਉਹ ਵੀ ਉਹਨਾਂ ਨੇ ਬੜੀ ਉਹ ਸਾਰੇ ਪਾਸੇ ਸੇਵਾ। ਉਸਦਾ ਰਿਜ਼ਲਟ ਕੀ ਹੈ? ਮੈਂ ਸੁਣ ਰਹੀ ਸੀ ਕਿ ਵਿਸਾਖੀ ਤੇ ਵਧਾਈ ਦਿੱਤੀ ਬੋਰਿਸ ਜੌਨਸਨ ਸਾਡੇ ਪ੍ਰਾਈਮ ਮਿਨਿਸਟਰ ਨੇ, ਤੇ ਉਹਨੇ ਵੀ ਲੰਗਰ ਦਾ ਨਾਂ ਲਿਆ। ਉਹਨੇ ਵੀ ਕਿਹਾ ਕਿ ਸਿੱਖ ਕਮਿਊਨਿਟੀ ਨੇ ਸੇਵਾ
ਸੇਵਾ ਵੀ ਕਿਹਾ, ਲੰਗਰ ਵੀ ਕਿਹਾ। ਇਸੇ ਤਰ੍ਹਾਂ ਤੁਸੀਂ ਟਰੂਡੋ ਦੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ, ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਦੇ, ਨਿਊਜ਼ੀਲੈਂਡ ਦੇ, ਸਾਰਿਆਂ ਨੇ ਸਿੱਖਾਂ ਨੂੰ ਜਿਸ ਵਧਾਈ ਦਿੱਤੀ ਹੈ, ਮੈਸੇਜ ਦਿੱਤਾ। ਮੈਸੇਜ ਵਿੱਚ ਇਹੀ ਕਿਹਾ ਕਿ ਇਸ ਕੌਮ ਜਿਹੜੀ ਹੈ ਬੜੀ ਸੇਵਾ ਕਰੇ। ਜੀ ਬੜੀ ਫਕਰ ਵਾਲੀ ਗੱਲ ਹੈ ਵੈਸੇ। ਮੈਂ ਕਹਿੰਦਾ ਯੰਗੈਸਟ ਰਿਲੀਜਨ ਹੈਗਾ ਭਾਜੀ ਜੀ। ਮੈਂ ਪਹਿਲਾਂ ਹੁਣ ਥੋੜੀ ਬਹੁਤੀ ਚੇਂਜ ਨਹੀਂ ਕਰਦਾ, ਬਹਾਦਰੀ ਦੀ ਗੱਲ ਕਰਦਾ, ਸੇਵਾ ਦੀ ਗੱਲ ਕਰਦਾ ਸੀ, ਅੱਗੇ ਅੱਗੇ ਕਰਦੇ ਆ। ਇਹ ਜਿਹੜਾ ਹੁਣ ਆਪਣੇ ਗੁਰੂ ਨੇ ਕੌਰ ਤੇ ਸਿੰਘ ਦਾ ਨਾਮ ਦਿੱਤਾ, ਥੋੜਾ ਇਹਦੇ ਬਾਰੇ ਐਕਸਪਲੇਨ, ਕਿਉਂਕਿ ਉਹ ਵੀ ਤਾਂ ਇੱਕ ਸਿੰਘ ਸ਼ੇਰ ਹੀ ਹੋ ਗਿਆ ਨਾ। ਬਿਲਕੁਲ। ਤੇ ਗੁਰੂ ਸਾਹਿਬ ਨੇ ਕਿਹਾ ਨਾ ਕਿ ਜਿਸ ਤਰ੍ਹਾਂ ਇੱਕ ਵਾਹਿਗੁਰੂ ਹੈ ਤੇ ਵਾਹਿਗੁਰੂ ਦੀ ਹਿਊਮੈਨਿਟੀ ਹੈ, ਕੋਈ ਫਰਕ ਨਹੀਂ ਹੈ। ਉਹਨਾਂ ਨੇ ਔਰਤ ਮਰਦ ਦਾ ਵੀ ਕੋਈ ਫਰਕ ਨਹੀਂ ਦੱਸਿਆ। ਉਹਨਾਂ ਨੇ ਰਿਸਪੈਕਟ ਦਿੱਤੀ ਹੈ, ਇੱਜ਼ਤ ਦਿੱਤੀ ਹੈ। ਜਿਸ ਲਈ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ, ਹਰ ਆਦਮੀ ਨੂੰ ਕਿਹਾ ਤੂੰ ਸ਼ੇਰ ਆ, ਕਿਉਂਕਿ ਉਸ ਵੇਲੇ ਕਰਜ਼ ਦੀ ਲੋੜ ਸੀ। ਉਸ ਵੇਲੇ ਬਾਹਰੋਂ ਹਮਲਾਵਰ ਆਉਂਦੇ ਸਨ, ਲੁੱਟ ਪਲਟ ਕੇ ਪਹਿਲੇ ਸਭ ਕੁਝ ਖਤਮ ਕਰਕੇ ਚਲੇ ਜਾਂਦੇ ਸਨ। ਇੰਨਾ ਕੋ ਉੱਠਣ ਹੀ ਨਹੀਂ ਸੀ ਹੁੰਦਾ ਇੱਥੋਂ ਦੇ ਆਦਮੀਆਂ ਕੋਲ। ਔਰਤਾਂ ਨੂੰ ਉੱਥੇ ਨਾ ਸੌਂਗ ਬਣਿਆ ਹੋਇਆ ਸੀ ਕਿ ਇਹ ਪਗੜੀ ਵਾਲਿਆ ਆ ਤੇ ਮੈਨੂੰ ਬਚਾ। ਮੇਰਾ ਘਰ ਵਾਲਾ ਕਹਿੰਦਾ ਕਿ ਮੈਨੂੰ ਹੋਰ ਮਿਲ ਜਾਏਗੀ, ਜੇ ਮੈਨੂੰ ਚੁੱਕ ਕੇ ਲੈ ਜਾਂਦੇ ਸੀ ਨਾ ਬਾਹਰ, ਤੇ ਪਿਓ ਮੇਰਾ ਅੰਦਰ ਵੜ ਗਿਆ ਤੇ ਮੈਨੂੰ ਬਚਾਉਣ ਵਾਲਾ ਕੋਈ ਨਹੀਂ, ਖਾਲਸਾ ਸਿੱਖ ਹੀ ਰਹਿ ਗਿਆ। ਤੇ ਆ ਤੇ ਇੰਜ ਦੇ ਗਾਣੇ ਗਾਉਂਦੀਆਂ ਹੁੰਦੀਆਂ ਸੀ, ਕਿਉਂਕਿ ਉਹਨਾਂ 'ਚ ਹਿੰਮਤ ਕੋਈ ਨਹੀਂ ਸੀ ਲੋਕਾਂ ਦੇ ਵਿੱਚ ਲੜਨ ਦੀ। ਉਹਨਾਂ ਨੂੰ ਕਹਿੰਦਾ ਕਿ ਗੁਰੂ ਸਾਹਿਬ ਨੇ ਕਿਹਾ ਕਿ ਤੈਂਕੀ ਦਰਦ ਨਾ ਆਇਆ ਕਿ ਇਤਨੀ ਮਾਰ ਪੈਂਦੀ ਪਈ ਹੈ ਤੇ ਤੁਹਾਨੂੰ ਤਰਸ ਨਹੀਂ ਆਉਂਦਾ ਪਿਆ ਕਿ ਇਹ ਕੀ ਕਰ ਰਹੇ ਹੋ ਤੁਸੀਂ, ਸਾਰੇ ਬੁਜ਼ਦਿਲ ਹੋ ਕੇ ਬੈਠੇ ਹੋਏ। ਗੁਰੂ ਸਾਹਿਬ ਨੇ ਉਹ ਜਜ਼ਬਾ ਪਿਆਰ ਦਾ, ਇਹ ਨਹੀਂ ਕਿ ਲੜਨ ਦਾ, ਜਾਂ ਉਹਨਾਂ ਨੇ ਪਿਆਰ ਦਾ ਜਜ਼ਬਾ ਭਰਿਆ। ਜਿਸ ਵੇਲੇ ਉਹ ਪਿਆਰ ਦਾ, ਆਪਣੀ ਹਿਊਮੈਨਿਟੀ ਦਾ ਜਜ਼ਬਾ ਆਇਆ, ਉਸ ਵੇਲੇ ਉਹਨਾਂ ਨੂੰ ਆਇਆ ਕਿ ਇਹ ਮੇਰੀ ਭੈਣ ਨਹੀਂ ਹੈ, ਇਹ ਮੇਰੀ ਧੀ ਵੀ ਹੈ, ਇਹ ਮੇਰੀ ਪੁੱਤਰੀ ਵੀ ਹੈ। ਉਸ ਵੇਲੇ ਉਹ ਖੜੇ ਹੋ ਗਏ। ਇੱਕ ਨਾ ਬਾਹਰੋਂ ਆਇਆ ਮੁਸਲਮਾਨਾਂ ਦੇ ਨਾਲ ਰਾਈਟਰ ਕਾਫੀ ਖਾਨ, ਤੇ ਉਹ ਕਹਿੰਦਾ ਕਿ ਓਏ ਹੋਏ ਇਹ ਜਿਹੜੇ ਸਿੱਖ ਨੇ ਨਾ, ਇਹ ਕੁੱਤੇ ਨੇ, ਜਿਹੜੇ ਵੀ ਸਾਡੇ ਅਬਦਾਲੀਆਂ ਦੇ ਲੱਤਾਂ ਨੂੰ ਪੈ ਜਾਂਦੇ ਨੇ ਛੱਡਦੇ ਨਹੀਂ। ਫਿਰ ਥੋੜੇ ਸਾਲ ਰਹਿ ਕੇ ਤੇ ਆਇਆ ਤੇ ਕਹਿੰਦਾ ਇਹ ਕੁੱਤੇ ਨਹੀਂ, ਇਹ ਸ਼ੇਰ ਨੇ। ਕਿ ਇਹ ਜਿਸ ਵੇਲੇ ਇੱਕ ਬੱਚੇ ਨੂੰ, ਇੱਕ ਬੁੱਢੇ ਨੂੰ ਦੇਖਦੇ ਨੇ ਤੇ ਮੈਦਾਨ ਜੰਗ ਸ਼ੇਰਾਂ ਵਾਂਗੂ ਆ ਕੇ ਪੈ ਜਾਂਦੇ ਨੇ ਤੇ ਉਹਨਾਂ ਨੂੰ ਬਚਾ ਲੈਂਦੇ ਨੇ, ਉਹਨਾਂ ਦੀ ਰੱਖਿਆ। ਇਹ ਕਿਉਂ ਸੀ? ਇਹ ਵਾਹਿਗੁਰੂ ਨੇ ਕਿਹਾ ਸੀ ਕਿ ਸਾਡੇ ਗੁਰੂ ਸਾਹਿਬ ਨੇ ਪਿਆਰ ਪਾਇਆ ਸੀ ਉਸ ਗੁਰੂ ਨਾਲ, ਉਸ ਵਾਹਿਗੁਰੂ ਨਾਲ, ਉਸ ਹਿਊਮੈਨਿਟੀ ਨਾਲ। ਖਾਲਸਾ ਅਕਾਲ ਪੁਰਖ ਕੀ ਫੌਜ, ਸਾਨੂੰ ਆਰਮੀ ਤਾਂ ਹੀ ਅਸੀਂ ਥੋੜ੍ਹੇ ਹਾਂ। ਆਰਮੀ ਕੰਟਰੀ ਦੀ ਕਿੰਨੀ ਹੁੰਦੀ, ਉਤਨੀ ਗਿਣਤੀ 'ਚ ਥੋੜ੍ਹੇ ਹਾਂ, ਪਰ ਅਸੀਂ ਉਹਦੀ ਆਰਮੀ ਹੈਗੀ ਆ। ਸਾਇੰਸ ਸਾਨੂੰ ਇਹ ਰੂਪ ਵੀ ਦਿੱਤਾ ਗਿਆ ਆਰਮੀ 'ਚ। ਦੇਖੋ ਤੁਹਾਨੂੰ ਡਰੈਸ ਤਾਂ ਦਿੱਤੀ ਜਾਂਦੀ ਹੈ। ਸੋ ਵੀ ਡੋਂਟ ਵੈਰੀ ਸੈਡਲੀ ਵੀ ਡੋਂਟ ਰੈਕਗਨਾਈਜ਼ ਵਾਟ ਵੀ ਆਰ। ਕਿਉਂ ਗੁਰੂ ਸਾਹਿਬ ਨੇ ਸਾਨੂੰ ਪੜ੍ਹਾਇਆ, ਔਰ ਕੀ ਹੌਲੀ ਹੌਲੀ ਐਕਸਪੋਜ਼ ਹੋ ਰਹੇ ਕਰਦੇ ਪਏ, ਕਿਉਂਕਿ ਅੰਦਰ ਤੇ ਸਾਡੇ ਹੈਗੀ ਉਹ ਚੀਜ਼। ਪਰ ਇਹ ਰੈਕਗਨੀਸ਼ਨ ਆਏਗੀ ਕਿ ਅਸੀਂ ਸਾਰੀ ਦੁਨੀਆ ਨੂੰ ਅੱਗੋਂ ਪਤਾ ਨਹੀਂ ਕਿੰਨਾ ਔਖਾ ਟਾਈਮ ਆ ਰਿਹਾ। ਦੇਖੋ ਨਾ ਕਲਯੁਗ ਤੁਹਾਨੂੰ ਪਤਾ ਹੈ ਹੋਰ ਅੱਗੇ ਵਧੀ। ਇਹ ਦੇਖੋ ਕੋਵਿਡ ਨੇ ਕੀ ਕਰਤਾ, ਹੋਰ ਪਤਾ ਨਹੀਂ ਕਿੰਨਾ। ਉੱਥੇ ਖਾਲਸਾ ਪ੍ਰਗਟ ਹੋਏਗਾ, ਆਰਮੀ ਦੀ ਤਰ੍ਹਾਂ ਕੰਮ ਕਰੇਗਾ, ਹਿਊਮੈਨਿਟੀ ਨੂੰ ਬਚਾਏਗਾ। ਇਹ ਸਾਰੀਆਂ ਚੀਜ਼ਾਂ ਸਾਡੇ ਅੰਦਰ ਹੈਗੀਆਂ। ਜੀ ਦੇਖੋ ਜਿੱਦਾਂ ਤੁਸੀਂ ਕਹਿੰਦੇ ਸਾਨੂੰ ਪਤਾ ਨਹੀਂ ਚੀਜ਼ਾਂ ਦਾ ਕਿ ਸਾਡੇ 'ਚ ਕੀ ਕਾਬਲੀਅਤ ਹੈਗੀ ਹੈ। ਬਹੁਤਾ ਟਾਈਮ ਨਹੀਂ ਹੈਗਾ, ਤੁਹਾਨੂੰ ਪਤਾ ਬਾਲੀਵੁੱਡ ਚੈਨਲ ਇੰਡੀਆ ਦੇ ਵਿੱਚ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਅਗਰ ਕੋਈ ਵੀ ਗੱਲ ਸਿੱਖ ਦੀ ਹੁੰਦੀ ਤੇ ਮਜ਼ਾਕ ਨਾਲ ਹੁੰਦੀ ਸੀਗੀ। ਮੈਂ ਹੁਣ ਬਾਲੀਵੁੱਡ ਦੇ ਚੈਨਲ ਆਮ ਦੇਖਦਾ, ਜਿਹੜੇ ਕੋਈ ਰਿਐਲਿਟੀ ਸ਼ੋਅ ਹੁੰਦੇ ਨੇ ਨਾ, ਇੱਕ ਬੜੇ ਵਿਦਵਾਨ ਆਦਮੀ ਹੈਗੇ, ਉਹਨੇ ਕਿਸੇ ਨੂੰ ਪੁੱਛਿਆ, ਉਹਨੇ ਆਪਣੇ ਸਿੱਖਾਂ ਬਾਰੇ ਗੱਲ ਕੀਤੀ, ਆਪਣੇ ਅੰਮ੍ਰਿਤਸਰ ਕਾਕਾ ਦੀ ਗੱਲ ਕੀਤੀ। ਉਹ ਕਹਿੰਦਾ ਉਹਨੇ ਲਫ਼ਜ਼ ਸੀਗੇ ਪਿੰਜੋ ਨੇ ਕਿਹਾ ਕਿ ਇਹ ਕੌਮ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ। ਔਰ ਫਕਰ ਹੁੰਦਾ ਗੱਲ ਸੁਣ ਕੇ, ਇਹ ਸਾਡੇ 'ਚ ਬਹਾਦਰੀ ਹੈ, ਰਹੇਗੀ। ਬਿਲਕੁਲ ਇਸ ਕੌਨਫੀਡੈਂਸ ਗੁਰੂ ਸਾਹਿਬ ਨੇ ਸਾਡੇ ਅੰਦਰ ਭਰਿਆ ਨਾ, ਉਹ ਪਿਆਰ ਦਾ ਭਰਿਆ। ਮੈਂ ਹਮੇਸ਼ਾ ਕਹਿੰਦੀ ਹਾਂ ਪਿਆਰ ਦਾ ਭਰਿਆ ਕਿ ਤੁਹਾਨੂੰ ਇਹ ਜਿਹੜਾ ਹਿਊਮਨ ਬੀਇੰਗਸ ਹੈ, ਇਹ ਤੁਹਾਡੇ ਆ ਭੈਣਾਂ ਭਰਾ ਸਾਰੇ ਆ, ਕਿਉਂਕਿ ਅਸੀਂ ਇੱਕੋ ਵਾਹਿਗੁਰੂ ਦੇ ਬੱਚੇ ਆ, ਅਸੀਂ ਉਹਦੇ ਦੇ। ਤੇ ਉਹਦੇ ਨਾਲ ਫਿਰ ਤੁਹਾਡੇ ਆਪਣੇ ਅੰਦਰ ਆਪੇ ਹੀ ਤਿਆਗ ਆ ਜਾਂਦਾ। ਗੁਰੂ ਗੋਬਿੰਦ ਸਿੰਘ ਦੀ ਲਾਈਫ ਮੈਂ ਤਾਂ ਕਹਿੰਦੀ ਹੁੰਦੀ ਇੱਕ ਲਫ਼ਜ਼ ਵਿੱਚ ਕਹਿੰਦੀ ਹੋਏ ਤੇ ਤਿਆਗ ਦੀ। ਉਹਨਾਂ ਨੇ ਸਭ ਕੁਝ ਤਿਆਗਿਆ। 9 ਸਾਲ ਦੇ ਗੁਰੂ ਬਣੇ ਸਨ ਤੇ ਆਪਣੇ ਪਿਤਾ ਨੂੰ ਭੇਜਿਆ ਸ਼ਹਾਦਤ ਪਾਉਣ ਵਾਸਤੇ। ਫਿਰ ਵੱਡੇ ਹੋਏ ਨੇ, ਉਹਨਾਂ ਨੇ ਆਪਣਾ ਆਪ ਕੁਰਬਾਨ ਕਰਤਾ, ਬੱਚੇ ਕੁਰਬਾਨ ਕਰਤੇ। ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਆਪਣੇ ਪਿਤਾ ਦੀ ਲਿਖ ਦਿੱਤੀ ਹੈ, ਆਪਣੀ ਨਹੀਂ ਲਿਖੀ। ਕਿੰਨਾ ਵੱਡਾ ਤਿਆਗ ਹੈ। ਜੇ ਤੁਸੀਂ ਕੁਝ ਲਿਖਦੇ ਹੋ ਨਾ, ਪਹਿਲੇ ਆਪਣਾ ਨਾਂ ਲਿਖ ਦਿਓ। ਖੈਰ ਇੱਥੇ ਤਾਂ ਲਿਖਣਾ ਹੀ ਪੈਂਦਾ, ਪਰ ਪਹਿਲੇ ਆਪਣਾ ਨਾਂ ਲਿਖ ਦਿਓ ਕਿ ਮੇਰਾ, ਇਹ ਮੈਂ ਲਿਖਿਆ। ਤੇ ਜੇ ਤੁਹਾਡਾ ਕੋਈ ਕਾਪੀ ਕਰਕੇ ਆਪਣੇ ਨਾਮ ਲੈਂਦਾ, ਤੁਸੀਂ ਉਹਨਾਂ 'ਤੇ ਮੁਕੱਦਮੇ ਕਰਦੇ ਹੋ। ਗੁਰੂ ਸਾਹਿਬ ਨੇ ਉਹ ਵੀ ਤਿਆਗਿਆ, ਸਾਰਾ ਕੁਝ ਤਿਆਗ ਦਿੱਤਾ।
ਪਰ ਇੰਨਾ ਸਾਨੂੰ ਉਹਨਾਂ ਨੇ ਆਈਡੈਂਟੀਟੀ ਦਿੱਤੀ। ਜਿਸਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਉਸਲੇ ਕੋਈ ਖੜਾ ਨਹੀਂ ਹੋਇਆ ਕਿ ਇਹ ਮੇਰਾ ਗੁਰੂ ਹੈ। ਸਾਰੇ ਚੁਪਕੇ ਜੋ ਉਹਨਾਂ ਦੀ ਸਰੀਰ ਦੀ ਲਾਸ਼ ਲੈ ਕੇ ਗਏ, ਚੁਪਕੇ ਹੀ ਉਹਨਾਂ ਦਾ ਸਿਰ ਲੈ ਕੇ ਗਏ ਨਾ। ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੇਰਾ ਖਾਲਸਾ ਮੇਰਾ ਸਿੱਖ ਹੋਏਗਾ ਜਿਹੜਾ ਹਜ਼ਾਰਾਂ ਚ ਨਜ਼ਰ ਆਏਗਾ। ਪਰ ਇਹ ਜਿਹੜੀ ਤੁਸੀਂ ਗੱਲ ਕਹੀ ਆ, ਆਪਾਂ ਨੂੰ ਫੀਲ ਹੁੰਦਾ ਕਿ ਬੜੀ ਬਖਸ਼ਿਸ਼ ਆ ਰੱਬ ਦੀ, ਬੜੀ ਦੇਣ ਹੈਗੀ ਆ। ਕਿਉਂਕਿ ਜਦੋਂ ਤੁਸੀਂ ਕਹਿੰਦਾ ਇੱਕ ਸਿੱਖ ਹਜ਼ਾਰਾਂ ਚ ਲੱਖਾਂ ਚ ਦਿਖਾਈ ਦੇਗਾ, ਇੱਕ ਸਿੱਖ ਇੱਕ ਅੱਛਾ ਕੰਮ ਕਰੇਗਾ ਨਾ ਤੇ ਸਭ ਸਿੱਖਾਂ ਦਾ ਨਾਮ ਬਣੇਗਾ। ਇੱਕ ਖਰਾਬ ਕਰੇਗਾ ਤੇ ਸਾਰੀ ਕਮਿਊਨਿਟੀ ਦਾ ਖਰਾਬ ਹੋਏਗਾ। ਇੰਨੀ ਪਾਵਰ ਹੈ। ਐਸੇ ਕਰਕੇ ਰੂਪ ਦਿੱਤਾ ਗਿਆ ਨਾ, ਗੁਰੂ ਗੋਬਿੰਦ ਸਿੰਘ ਨੇ ਐਸੇ ਕਰਕੇ ਰੂਪ ਦਿੱਤਾ। ਹੁਣ ਗੱਲ ਇਹ ਆ ਜਾਂਦੀ ਹੈ ਕਿ ਅਸੀਂ ਉਸ ਚੀਜ਼ ਨੂੰ ਕਿਉਂ, ਟੈਂਪਟੇਸ਼ਨਸ ਹੈਗੀਆਂ, ਮਾਇਆ ਦਾ ਪਸਾਰਾ ਹੈ, ਅਸੀਂ ਸਾਰੇ ਥੋੜੇ ਜਿਹੇ ਟੈਂਪਟੇਸ਼ਨਸ ਨਹੀਂ ਹੈ ਆਫਟਰ ਦੁਨੀਆਦਾਰੀ 'ਚ, ਤੇ ਅਸੀਂ ਥੋੜੇ ਉਸ ਪਾਸੇ ਚੱਲ ਪਏ। ਹੌਲੀ ਜਦੋਂ ਨੀਡ ਹੁੰਦੀ ਹੈ, ਖਾਲਸਾ ਜਾਂਦਾ ਹੈ ਨਾ ਅੱਗੇ, ਆਰਮੀ ਹੈ ਨਾ, ਆਪਣੀ ਗ੍ਰਸਤੀ 'ਚ ਹੈਗਾ, ਬੱਚਿਆਂ 'ਚ ਸਭ ਚੀਜ਼ ਕਰਦਾ ਹੈ। ਜਦੋਂ ਲੋੜ ਜਾ ਕੇ ਉਹੀ ਖਾਲਸੇ ਦਾ ਕੰਮ ਹੈ। ਇਹ ਹੌਲੀ ਸਾਨੂੰ ਆਪੇ ਵੀ ਹਿੰਮਤ ਆਏਗੀ। ਗੁਰੂ ਦੀ ਤੇ ਮਿਹਰ ਹੈਗੀ ਹੈ। ਗੁਰੂ ਸਾਹਿਬ ਨੇ ਇਹ ਅਕਾਲ ਪੁਰਖ, ਇਹ ਰੱਬ ਦੇ ਹੁਕਮ ਵਿੱਚ ਬਣਿਆ, ਔਰ ਇਹੀ ਖਾਲਸਾ ਹੀ ਕਲਯੁਗ ਨੂੰ ਉਤਾਰੇਗਾ। ਇਹ ਮੇਰੀ ਪੂਰਾ ਭਰੋਸਾ ਹੈ। ਤੁਸੀਂ ਤਾਰੀਫ ਕਰਦੇ ਕਿ ਆਦਮੀ ਸ਼ੇਰ ਨੇ, ਜੰਗ 'ਚ ਜਾਂਦੇ ਨੇ, ਹਰ ਜਗ੍ਹਾ ਤੇ ਜਾਂਦੇ ਨੇ। ਅਗਰ ਮੈਂ ਜੇ ਚਾਬਾਚੇ ਦਵਾਂ ਮਾਵਾਂ ਨੂੰ ਦਿੰਦਾ ਕਿ ਜਿਹੜੇ ਆਪਣੇ ਪੁੱਤਾਂ ਨੂੰ ਤੋੜਦੇ ਨੇ। ਬਿਲਕੁਲ ਇਸੇ ਕਰਕੇ ਤਾਂ ਅਸੀਂ ਕਹਿੰਦੇ ਹਾਂ ਨਾ, ਸਿੱਖ ਧਰਮ ਦੇ ਵਿੱਚ ਔਰਤ ਤੇ ਮਰਦ ਬਰਾਬਰ ਹੈ। ਮੈਂ ਜਰਾ ਮੇਰੀ ਤਾਂ ਰੋਲ ਮਾਡਲ ਹਮੇਸ਼ਾ ਮਾਤਾ ਗੁਜਰੀ ਤੇ ਹੁੰਦੀ ਹੈ। ਜਰਾ ਦੇਖੋ ਉਹ ਮਾਂ ਜਿਹਨੇ ਆਪਣਾ ਹਸਬੈਂਡ ਨੂੰ ਭੇਜਿਆ ਆਪਣੀ ਉਹਦੀ ਸ਼ਹਾਦਤ ਦੇਖੀ। 9 ਸਾਲ ਦੇ ਬੱਚਾ, ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸਨ ਗੁਰੂ ਜਦੋਂ ਬਣੇ। ਉਹਨਾਂ ਨੂੰ ਕਿੰਨੇ ਸਿੱਖਿਆ ਕੇ ਦਿੱਤੀ, ਉਹਨਾਂ ਨੇ ਉਹਨੂੰ ਕਿੰਨੇ ਨਰਚਰ ਕੀਤਾ ਤੇ ਵੱਡਾ ਪਾਲਿਆ, ਸਮਝਾਇਆ, ਸਿਖਾਇਆ, ਐਜੂਕੇਸ਼ਨ ਸਭ ਤਰ੍ਹਾਂ ਦੀ ਦਿੱਤੀ, ਸ਼ਸਤਰ ਵਿਦਿਆ ਸਭ ਤਰ੍ਹਾਂ ਦੀ ਦਿੱਤੀ। ਗੁਰੂ ਸਾਹਿਬ ਕਿੰਨੀਆਂ ਜ਼ਬਾਨਾਂ ਬੋਲ ਸਕਦੇ ਸਨ, ਕਿੰਨੀਆਂ ਜ਼ਬਾਨਾਂ ਲਿਖ ਲੈਂਦੇ ਸਨ, ਪੜ੍ਹ ਲੈਂਦੇ ਸਨ, ਸਮਝਾਉਂਦੇ ਨੇ, ਸਾਰਾ ਕੁਝ ਉਹਨਾਂ ਸਿੱਖਿਆ। ਫਿਰ 16, 17, 18 ਸਾਲ ਦੇ ਜਿਸ ਹੋਏ, ਮਾਤਾ ਗੁਜਰੀ ਚੁੱਪ ਕਰਕੇ ਪਰੇ ਆ ਗਏ, ਉਹ ਗੁਰੂ ਸਨ। ਠੀਕ ਹੈ ਨਾ, ਉਹਨਾਂ ਨੇ ਨਹੀਂ ਦਖਲ ਦਿੱਤਾ। ਜੋ ਗੁਰੂ ਦਾ ਹੁਕਮ ਸੀ ਉਹਦੇ ਨਾਲ ਮਾਤਾ ਗੁਜਰੀ ਵੀ ਉਹਦੇ ਨਾਲ ਹੀ ਚੱਲਦੇ ਸਨ। ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਐਜੂਕੇਸ਼ਨ ਦਿੱਤੀ। ਜਰਾ ਅਸੀਂ ਵੀ ਤੇ ਮਾਵਾਂ, ਨਾਨੀਆਂ, ਦਾਦੀਆਂ ਹੈਗੀਆਂ ਵਾ, ਜਿਸ ਵੇਲੇ ਕਿਸੇ ਬੱਚੇ ਦਾ ਸਿਰ ਦੁਖਦਾ ਨਾ ਤੇ ਅਸੀਂ ਕਹਿੰਦੇ ਹਾਏ ਰੱਬਾ ਹੁਣ ਕੀ ਹੋ ਗਿਆ। ਮੇਰਾ ਅਜੇ ਤੱਕ ਮੈਂ ਕਹਿੰਦੀ ਹਾਂ, ਮੇਰਾ ਤਾਂ ਹਿੰਮਤ ਨਹੀਂ ਪੈਂਦੀ ਕਿ ਮੈਂ ਆਪਣੇ ਬੱਚੇ ਨੂੰ ਕਹਾਂ ਜਾ ਕੇ ਤੂੰ ਸ਼ਹਾਦਤ ਪਾ। ਉਹੀ ਨਾ, ਦੇਖੋ ਕਿਸ ਤਰ੍ਹਾਂ ਉਹਨੇ ਇਹ ਸਾਰੀ ਕੁਝ ਕਿੱਥੋਂ ਆਉਂਦਾ। ਇਹ ਅੰਦਰੋਂ ਆਪਣੀ ਜਿਸਲੇ ਤੁਹਾਡੀ ਆਈਡੀ ਹੈ, ਇਹ ਜਿਸਲੇ ਤੁਹਾਨੂੰ ਪਿਆਰ ਆ ਆਪਣੀ ਦੁਨੀਆ ਦੇ ਨਾਲ, ਆਪਣੀ ਵਾਹਿਗੁਰੂ ਦੀ ਬਣਾਈ ਦੁਨੀਆ ਦੇ ਨਾਲ ਪਿਆਰ ਆ, ਉਸ ਵੇਲੇ ਜਿਹੜਾ ਨਾ ਤੁਹਾਡੇ ਅੰਦਰੋਂ ਇਹ ਸਪਿਰਿਚੁਅਲ ਹਿੰਮਤ ਆ ਜਾਂਦੀ। ਪਰ ਜੀ ਸਾਡੇ 'ਚ ਕੁਆਲਿਟੀ ਬਹੁਤ ਹੈ, ਬਹੁਤ ਜਾਸਤੀ। ਪਰ ਜੀ ਤੁਸੀਂ ਗੱਲ ਕੀਤੀ ਸੀਗੀ, ਆਪਾਂ ਜੇ ਮੈਂ ਗੱਲ ਕਰਾਂ ਖਾਮੀਆਂ ਵੀ ਹੈਗੀ, ਥੋੜ੍ਹੀਆਂ ਬਹੁਤੀਆਂ, ਬਹੁਤ ਘੱਟ ਨੇ। ਇਕੁਆਲਿਟੀ ਦੀ ਗੱਲ ਕਰੀਏ, ਜਾਤ ਪਾਤ ਦੀ ਗੱਲ ਕਰੀਏ, ਇਹ ਖਾਲੀ ਆਨਗੋਇੰਗ ਹੈ। ਸੈਡ ਤੁਸੀਂ ਗੱਲ ਕਰਕੇ ਐਕਚੁਅਲੀ ਥੋੜਾ ਜਰਾ ਚੇਂਜ ਹੋ ਗਏ। ਵੈਰੀ ਸੈਡਲੀ ਇਹ ਹੈਗਾ ਕਿ ਇਹ ਚੀਜ਼ ਹੈਗੀ ਹੈ। ਨਹੀਂ ਜੀ ਫੋਨ ਕਰੋ, ਸਾਰੀ ਮੈਟਰੀਮੋਨੀਅਲ ਪੜ੍ਹਦੇ ਹੋ। ਅੱਛਾ ਇੱਥੇ ਕਿਸੇ ਨੇ, ਮੈਂ 3-4 ਬੰਦਿਆਂ ਨਾਲ ਜਿਹੜੇ ਸਿੱਖੀ ਦੀ ਸੇਵਾ ਕਰ ਰਹੇ ਸੀ, ਯੰਗ ਸੀਗੇ, ਇੱਕ ਕੁੜੀ ਸੀਗੀ, 2 ਮੁੰਡੇ ਸੀਗੇ, ਤੇ ਉਹ ਸਾਰੇ ਡਿਸਕਸ, ਤੇ ਮੈਂ ਵੀ ਆਪਣੀ ਪ੍ਰੋਬਲਮ ਦੱਸੀ ਕਿ ਕੁੜੀਆਂ ਸਿੱਖ ਚਾਹੁੰਦੀਆਂ। ਮੈਂ ਕਿਹਾ ਮੈਟਰੀਮੋਨੀਅਲ ਦੇਖਦੇ ਹਾਂ ਤੇ ਬੱਚੇ ਅਜੀ ਪਗੜੀ ਸੌਰੀ ਪੈਂਦੀ, ਸਾਰੀ ਗੱਲ ਠੀਕ ਹੈ ਜੀ, ਇਹ ਠੀਕ ਹੈ, ਇਹ ਠੀਕ ਹੈ। ਅੱਛਾ ਤੁਹਾਡਾ ਬੇਟਾ ਪਗੜੀ, ਸੌਰੀ ਪਗੜੀ ਬੰਦਾ, ਇਹ ਦੇਖੋ ਇਹ ਹੋ ਰਿਹਾ। ਉਹਨਾਂ ਨੂੰ ਮੈਂ ਕਿਹਾ ਕਿ ਦੇਖੋ, ਉਹ ਕਹਿੰਦੇ ਦੋਨੋਂ ਮੁੰਡੇ ਸੀ, ਕਹਿੰਦੇ ਮੈਂ ਕਿਹਾ ਮੇਰਾ ਬੇਟੇ ਨੂੰ ਪਗੜੀ ਕਰਕੇ। ਅੱਛਾ ਉਹ ਕਹਿੰਦੇ ਅਸੀਂ ਆਪ ਬੈਠੇ ਹਾਂ ਤੁਹਾਡੇ ਸਾਹਮਣੇ, ਕਹਿੰਦਾ 400 ਬੰਦਿਆਂ ਦੀ ਲਿਸਟ 'ਚ ਮੈਂ ਸਾਰਿਆਂ ਨੂੰ ਫੋਨਾਂ ਕੀਤੀਆਂ। ਥੀਸ ਆਰ ਦਾ ਫਿਗਰਸ ਆਈ ਐਮ ਟੈਲਿੰਗ ਯੂ ਫਰਮ ਪੀਪਲ, 400 ਮੁੰਡੇ, ਤੇ ਉਹਨਾਂ ਨੇ ਕਿਹਾ ਸਾਨੂੰ ਪਗੜੀ ਨਹੀਂ ਚਾਹੀਦੀ। ਕਹਿੰਦੇ ਕਿ ਮੈਂ ਕਿਹਾ ਫਿਰ ਕੀ ਹੋਏਗਾ, ਕੀ ਬਣੇਗਾ। ਉੱਥੇ ਕੁੜੀ ਵੀ ਸੀ, ਕਹਿੰਦੇ ਦੇਖੋ ਇਹ ਜਨਰੇਸ਼ਨ ਤੇ ਅਸੀਂ ਖੋ ਚੁੱਕੇ ਹਾਂ ਇਸ ਚੀਜ਼ ਦੀ, ਅਸੀਂ ਨੁਕਸਾਨ ਪਾ ਚੁੱਕੇ ਹਾਂ। ਹੁਣ ਅੱਗੋਂ ਹੈਗਾ ਕਿ ਬੱਚਿਆਂ ਦੇ ਉੱਤੇ ਕਨਸੈਂਟਰੇਟ ਕਰੋ, ਉਹਨਾਂ ਦੇ ਵਿੱਚ ਐਜੂਕੇਸ਼ਨ ਲਿਆਓ ਤਾਂ ਕਿ ਉਹ ਇਸ ਚੀਜ਼ ਨੂੰ ਸਮਝਣ ਕਿ ਸਿੱਖ ਕੁੜੀ ਨੂੰ ਸਿੱਖ ਮੁੰਡਾ ਹੀ ਚਾਹੀਦਾ ਹੈ, ਸਿੱਖ ਮੁੰਡੇ ਨੂੰ ਸਿੱਖ ਕੁੜੀ। ਜੀ ਮੇ ਬੀ ਵੈਸਟਰਨ ਕੰਟਰੀਜ਼, ਆਈ ਡੋਨਟ ਨੋ, ਮੇਰੇ ਖਿਆਲ ਨਹੀਂ, ਉਹਦਾ ਥੋੜ੍ਹੀਆਂ ਗੱਲਾਂ ਸੁਣ ਕੇ ਕਹਿ ਰਿਹਾ ਬੜਾ ਗੰਭੀਰ ਮਸਲਾ ਹੈਗਾ, ਇਹਨੂੰ ਟਾਈਮ ਲੱਗੇਗਾ। ਲੇਕਿਨ ਜੇ ਤੁਸੀਂ ਇੱਥੇ ਵੈਸਟਰਨ ਕੰਟਰੀ ਜਿਹੜੇ ਇੱਥੇ ਦੇ ਜੰਪਲ ਹੈਗੇ ਨੇ, ਕਿਸੇ ਵੈਸਟਰਨ ਕੰਟਰੀ ਤੁਸੀਂ ਲੈ ਲਓ, ਉਹਨਾਂ ਨੂੰ ਜਾਤ ਪਾਤ ਦਾ ਨਹੀਂ ਪਤਾ। ਅਸੀਂ ਪੇਰੈਂਟਸ ਹੁੰਦੇ ਨੇ ਨਾਮ ਪਾਣੇ, ਬਿਲਕੁਲ। ਉਹ ਇਹ ਮੈਂ ਕਹਿਣ ਲੱਗੀ ਸੀ ਕਿ ਜਾਤ ਪਾਤ ਦਾ ਉਹਨਾਂ ਨੂੰ ਬਿਲਕੁਲ ਨਹੀਂ ਪਤਾ। ਬੜੀ ਅੱਛੀ ਗੱਲ ਹੈ
ਕਿ ਮੈਨੂੰ ਵੈਸੇ ਸ਼ਰਮ ਆਉਣੀ ਚਾਹੀਦੀ ਹੈ ਮਾਂ ਪਿਓ ਨੂੰ ਕਿ ਉਹਨਾਂ ਨੇ ਉਹਨਾਂ ਨੂੰ ਗਲਤ ਗੱਲਾਂ ਸਿਖਾਈਆਂ, ਪਰ ਅੱਗੋਂ ਬੱਚਿਆਂ ਨੇ ਨਾ ਉਹ ਗਲਤ ਗੱਲਾਂ ਛੱਡ ਦਿੱਤੀਆਂ। ਉਹਨਾਂ ਤੇ ਸਾਡੇ ਹੋਪ ਹੈ ਤੇ ਅੱਗੇ ਜੇ ਪਕੜੀ ਦਾ ਤੇ problem ਹੈਗੀ ਕਿ ਹੈ ਨਾ, ਬੱਚੇ ਪਕੜੀ ਵੀ ਦੀ, ਅੱਗੋਂ ਵਾਪਸ ਸਿੱਖੀ ਜਿਸਲੇ ਪੜਨਗੇ ਸਮਝਣਗੇ ਜ਼ਰੂਰ ਵਾਪਸ ਆਉਣਗੇ, ਉਹਨਾਂ ਨੂੰ ਆਪਣੀ ਆਈਡੈਂਟੀਟੀ ਵੀ ਪਾਣੀ ਵਿੱਚ ਜ਼ਰੂਰ ਆਉਣਗੇ। ਕਿਉਂਕਿ ਸੀ ਡਿਫਰੈਂਟ ਸੋਸਾਇਟੀਜ਼ ਹੈਵ ਡਿਫਰੈਂਟ ਪ੍ਰੋਬਲਮਸ। ਸਾਨੂੰ ਇਹ ਸਡਨਲੀ ਵਾਲਾਂ ਦੀ ਪ੍ਰੋਬਲਮ ਆ ਗਈ ਹੈ, ਗੁਰੂ ਸਾਹਿਬ ਦੇ ਵੇਲੇ ਜਾਤ ਪਾਤ ਦੀ ਪ੍ਰੋਬਲਮ ਆ ਗਈ ਸੀ, ਪਰ ਗੁਰੂ ਸਾਹਿਬ ਹਿੱਲੇ ਨਹੀਂ ਹੈ। ਉਹਨਾਂ ਨੇ ਇਹ ਨਹੀਂ ਕਿਹਾ ਜਿਸ ਤਰ੍ਹਾਂ ਉਹਨਾਂ ਖੱਤਰੀਆਂ ਨੇ ਕਿਹਾ ਕਿ ਅਸੀਂ ਆਪਣੀਆਂ ਕਿਸ ਤਰ੍ਹਾਂ ਜਾਤ ਪਾਤ ਛੱਡ ਜਾਈਏ, ਸਾਡੇ ਐਨਸੈਸਟਰਸ ਦੇ ਉਹ ਅਸੀਂ ਨਹੀਂ ਛੱਡ ਸਕਦੇ। ਗੁਰੂ ਸਾਹਿਬ ਉਹਨਾਂ ਨੇ ਕਿਹਾ ਕਿ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ, ਪਰ ਅਸੀਂ ਇਹ ਨਹੀਂ ਕਹਿਣਾ ਕਿ ਸਾਡੀ ਅੱਜ ਤੋਂ ਜਾਤ ਖਤਮ ਹੈ। ਤੇ ਗੁਰੂ ਸਾਹਿਬ ਨੇ ਕਿਹਾ ਨਹੀਂ, ਫਿਰ ਨਹੀਂ ਅੰਮ੍ਰਿਤ ਛਕਣਾ, ਹਿੱਲੇ ਨਹੀਂ ਹੈ। ਇਸ ਕਰਕੇ ਅਸੀਂ ਵੀ ਹਿੱਲਣਾ ਨਹੀਂ ਹੈ। ਆਪਣੇ ਬੱਚਿਆਂ ਨੂੰ ਸਮਝਾਈ ਜਾਣਾ, ਬੱਚੇ ਜਿਸ ਤਰ੍ਹਾਂ ਸਮਝਣਗੇ ਉਹ ਜ਼ਰੂਰ ਵਾਪਸ ਆ ਜਾਣਗੇ ਆਪਣੀ ਮਾਂ ਆਈਡੀ। ਪਿਓ ਦਾ ਫਰਜ਼ ਵੀ ਬਣਦਾ ਕਿ ਜਦੋਂ ਗੁਰੂ ਘਰ ਜਾਂਦੇ ਆ, ਕਿਤੇ ਕਥਾ ਹੁੰਦੀ ਹੈ, ਕੁਝ ਵੀ ਹੁੰਦਾ ਹੈ, ਸੁਖਮਨੀ ਸਾਹਿਬ ਦਾ ਰਹਿਸ ਤੇ ਪਾਠ ਵਗੈਰਾ, ਉੱਥੇ ਬੱਚੇ ਨੂੰ ਇੰਟਰਸਟ ਪਾਉਣਾ ਚਾਹੀਦਾ ਥੋੜਾ। ਜੇ ਉੱਥੇ ਜੇ ਨਹੀਂ ਜਾ ਸਕਦੇ, ਇੱਦਾਂ ਦੇ ਪ੍ਰੋਗਰਾਮ ਦੇਖੋ ਜਿੱਥੇ ਤੁਸੀਂ ਇੰਨੇ ਵਿਦਵਾਨ ਟ੍ਰਾਂਸਲੇਟ ਕਰਕੇ ਦੱਸਦੇ ਹੋ, ਹਰ ਚੀਜ਼ ਦੱਸਦੇ ਹੋ, ਅੱਛਾ ਭਲੀ ਚੀਜ਼ ਦੱਸਦੇ ਹੋ। ਉਹ ਮੰਨਦੀ ਹੈ, ਪਰ ਸਾਡਾ ਜੇ ਬੜਾ ਵੱਡਾ ਕਸੂਰ ਹੈ ਕਿ ਅਸੀਂ ਗੁਰਦੁਆਰੇ ਜਾਂਦੇ ਆ ਨਾ ਤੇ ਪੰਜਾਬੀ ਸਭ ਕੁਝ ਹੁੰਦੀ ਹੈ। ਤੇ ਮੈਂ ਨਹੀਂ ਕਹਿੰਦੀ ਨਹੀਂ ਹੋਣੀ ਚਾਹੀਦੀ ਹੈ, ਪਰ ਨਾ ਬੱਚਿਆਂ ਦੀ ਪੰਜਾਬੀ ਇੰਨੀ ਫਲੂਐਂਟ ਨਹੀਂ ਹੈ। ਤੇ ਸਾਨੂੰ ਇਹ ਇੰਤਜ਼ਾਮ ਕਰਨਾ ਚਾਹੀਦਾ ਹੈ ਕਿ ਸਿੱਖੀ 'ਚ ਵੀ ਹੋਏ, ਕਿ ਉਹ ਇੰਗਲਿਸ਼ ਵਿੱਚ ਵੀ ਸਿੱਖੀ ਸਿਖਾਈ ਜਾਏ, ਇੰਗਲਿਸ਼ ਦੇ ਟੋਕਸ ਹੋਣ, ਲੈਕਚਰਸ ਹੋਣ। ਕੱਲ੍ਹ ਅਸੀਂ ਵਿਸਾਖੀ ਗੁਰਦੁਆਰੇ ਮਨਾ ਰਹੇ ਸੀ ਤੇ ਬੱਚਿਆਂ ਨੇ ਆ ਕੇ ਮੇਰੇ ਹਸਬੈਂਡ ਨੂੰ ਕਿਹਾ ਕਿ ਤੁਸੀਂ ਸਾਨੂੰ 5 ਮਿੰਟ ਦੱਸੋ ਅਬਾਊਟ ਵਿਸਾਖੀ। ਪਰ ਬੜੇ ਬੱਚੇ ਨੇ ਜਿਹੜੇ ਸਮਝਦੇ ਲੇਕਿਨ ਬੋਲ ਨਹੀਂ ਪਾਉਂਦੇ, ਬਟ ਦੇ ਕੈਨ ਅੰਡਰਸਟੈਂਡ। ਬਿਲਕੁਲ ਕਈ ਹਾਂ, ਉਹ ਵੀ ਅੱਛੀ ਗੱਲ ਹੈ, ਬੜੀ ਅੱਛੀ ਗੱਲ। ਮੈਂ ਤਾਂ ਚਾਹੁੰਦੀ ਹਾਂ ਸਮਝਣ ਵੀ ਤੇ ਬੋਲਣ ਵੀ, ਪਰ ਜੇ ਨਹੀਂ ਅਜੇ ਜਿਹੜਾ ਬੱਚਾ ਜੇ ਨਹੀਂ ਤੁਰ ਸਕਿਆ, ਜੇ ਰਿੜਦਾ ਪਿਆ ਤਾਂ ਉਹਨੂੰ ਰਿੜਨ ਦਿਓ, ਉਹਨੂੰ ਰਿੜਨ ਦੀ ਜਾਚ ਸਿਖਾਓ ਨਾ। ਇਸ ਤਰ੍ਹਾਂ ਜਿਹੜੇ ਬੱਚੇ ਜੇ ਪੰਜਾਬੀ ਸਿੱਖਦੇ ਪਏ ਆ ਨਹੀਂ ਹੈ, ਉਹਨਾਂ ਨੂੰ ਇੰਗਲਿਸ਼ ਵਿੱਚ ਵੀ ਸਿਖਾਓ। ਵੀਰ ਜੀ ਅੰਦਰ ਸਿੱਖੀ ਹੈਗੀ ਹੈ, ਇਹਨਾਂ ਦੇ ਅੰਦਰ ਸਿੱਖੀ ਹੈਗੀ ਹੈ, ਬੱਚੇ ਸਾਡੇ ਸਿੱਖ ਹੈ, ਸਾਰਾ ਉਹਨਾਂ ਦੇ ਅੰਦਰ ਸਭ ਕੁਝ ਹੈਗਾ। ਇਸ ਵਕਤ ਥੋੜੇ ਮਾਂ ਪਿਓ ਉੱਤੇ ਬੈਠੇ ਹੋਏ ਆ, ਆਪਣਾ ਮਸਤੀ 'ਚ ਹੈਗੇ ਆ। ਜਦੋਂ ਕੱਲ ਅਸੀਂ ਨਹੀਂ ਹੋਵਾਂਗੇ ਇਕੱਲੇ, ਦੇ ਵਿਲ ਲੁੱਕ ਫॉर ਇਟ, ਸਰਚ ਫॉर ਇਟ, ਆਪੇ ਆਣਗੇ। ਬੜਾ ਮੁਸ਼ਕਿਲ ਹੋ ਗਿਆ ਨਾ ਫਿਰ, ਬੜਾ ਡਿਫਿਕਲਟ। ਮੈਂ ਉਹੀ ਕਿਹਾ ਲੈਗੇਸੀ ਹੈਗੀ ਹੈ ਜੋ ਕੰਟੀਨਿਊ। ਭੈਣ ਜੀ ਟਾਈਮ ਬੜੀ ਫਾਸਟ ਹੁੰਦਾ, ਕੋਈ 10 ਮਿੰਟ ਰਹਿੰਦੇ ਨੇ। ਤੁਸੀਂ ਕੋਈ ਵੀ ਮੈਨੂੰ ਲੱਗਦਾ ਪਹਿਲਾਂ ਤੁਸੀਂ ਆਪਣੇ ਵੱਲੋਂ ਜੋ ਵੀ ਵਿਚਾਰ ਦੇਣਾ ਚਾਹੁੰਦੇ ਹੋ, ਕੋਈ ਐਡਵਾਈਸ ਦੇਣਾ ਚਾਹੁੰਦੇ ਹੋ। ਕਈ ਦਫਾ ਕੋਈ ਲਫ਼ਜ਼ ਇੱਦਾਂ ਦੇ ਬੰਦੇ ਦੇ ਦਿਲ ਨੂੰ ਛੂਹ ਜਾਂਦੇ ਨੇ, ਇੱਕ ਬੰਦਾ ਚੇਂਜ ਹੋਗਾ, ਸਾਨੂੰ ਲੱਗੇਗਾ ਅਸੀਂ ਬੜਾ ਅੱਛਾ ਪ੍ਰੋਗਰਾਮ ਕੀਤਾ, ਕੋਈ ਬੰਦਾ ਬਦਲਿਆ। ਅਬ ਲਾਈਕ ਕਿ ਤੁਸੀਂ ਕੈਮਰੇ ਵੱਲ ਦੇਖ ਕੇ ਕੁਝ ਵੀ ਕਹੋ ਆਪਣਾ ਭੈਣ ਜੀ। ਬਸ ਮੈਂ ਤਾਂ ਇਹ ਕਹਿਣਾ ਕਿ ਆਪਣਾ ਇਤਿਹਾਸ ਪੜ੍ਹੀਏ। ਇਤਿਹਾਸ ਦੇ ਵਿੱਚ ਕਿਸ ਤਰ੍ਹਾਂ ਮਾਵਾਂ ਨੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਕਿਸ ਤਰ੍ਹਾਂ ਸਿੱਖਾਂ ਦੀਆਂ ਸਿਰਾਂ ਦੀਆਂ ਕੀਮਤਾਂ ਪਈਆਂ, ਹੱਥਾਂ ਦੀ। ਮੇਰੇ ਪ੍ਰੋਫੈਸਰ ਸੀ, ਉਹਨੇ ਲਿਖਿਆ ਹੱਥ ਦੇ ਲਿਆਓ ਸਿੱਖ ਦਾ ਤੇ ਇੰਨੇ ਪੈਸੇ, ਬਾਂਹ ਲਿਆਓ ਤੇ ਇੰਨੇ ਪੈਸੇ, ਤੇ ਸਿਰ ਲਿਆਓ ਤੇ ਇੰਨੇ ਪੈਸੇ। ਕਿਸ ਤਰ੍ਹਾਂ ਉਹਨਾਂ ਨੇ ਮੁਸ਼ਕਲਾਂ ਕੱਢੀਆਂ, ਮੁਸ਼ਕਲਾਂ ਦੇ ਵਿੱਚ ਰਹੇ, ਕਿਸ ਤਰ੍ਹਾਂ ਜੰਗਲਾਂ ਵਿੱਚ ਰਹੇ। ਸਾਡੇ ਗੁਰਦੁਆਰੇ ਜਿਸ ਤਰ੍ਹਾਂ ਮੈਂ ਦੱਸ ਰਹੀ ਸੀ, ਬਾਹਰਲਿਆਂ ਦੇ ਹੱਥਾਂ ਵਿੱਚ ਆ ਗਏ, ਸਿੱਖਾਂ ਤੋਂ ਬਾਹਰ ਚਲੇ ਗਏ। ਸਾਡੇ ਰਹਿਤਾ ਰਿਵਾਜ਼ਾਂ ਉਹਨਾਂ ਨੇ ਉਲਟ ਪੁਲਟ ਕਰ ਦਿੱਤੀਆਂ, ਪਰ ਕੋਈ ਨਹੀਂ, ਅਸੀਂ ਫਿਰ ਵਾਪਸ ਪਹੁੰਚ ਗਏ। ਅਸੀਂ ਫਿਰ ਪੜ੍ਹ ਸਕਦੇ ਹਾਂ, ਅਸੀਂ ਫਿਰ ਰਿਸਰਚ ਕਰ ਸਕਦੇ ਹਾਂ, ਅਸੀਂ ਕਰ ਸਕਦੇ ਹਾਂ ਕਿ ਇਹ ਸਾਡਾ ਗੁਰੂ ਹੈ, ਇਹ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ। ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਅਸੀਂ ਉਹਦੇ 'ਤੇ ਅਮਲ ਕਰਨਾ। ਅਮਲ ਕਰਨ ਵਾਲਾ ਉਹਨਾਂ ਅਸੀਂ ਅਜੇ ਫਿਰ ਵੀ ਉੱਥੇ ਨਹੀਂ ਪਹੁੰਚੇ ਜਿੱਥੇ ਪਹੁੰਚਣਾ ਚਾਹੀਦਾ। ਹੁਣ ਇੰਡੀਆ ਦੇ ਵਿੱਚ ਦੇਖੋ ਇੰਨੀਆਂ ਕਨਵਰਸ਼ਨਸ ਹੋ ਰਹੀਆਂ, ਸਿੱਖਾਂ ਨੂੰ ਦੂਜੇ ਧਰਮਾਂ 'ਚ ਕਨਵਰਟ ਕਿਉਂ ਕਰਦੇ ਪਏ ਨੇ ਕਿ ਉਹ ਸਿੱਖ ਕਿਸੇ ਨਾਲ ਗੱਲ ਕੀਤੀ। ਅਸੀਂ ਆਪਣੇ ਹੁਣ ਕੀ ਨਾਂ ਲੈਣਾ, SGPC ਤੇ ਅਕਾਲ ਤਖਤ ਵਾਲਿਆਂ ਨਾਲ ਗੱਲ ਕੀਤੀ ਤਾਂ ਕਹਿੰਦੇ ਕੋਈ ਨਹੀਂ, ਉਹ ਛੋਟੀ ਜਾਤ ਵਾਲੇ ਜਾਂਦੇ ਪਏ। ਉਹ ਛੋਟੀ ਜਾਤ ਕਿੱਥੋਂ ਆਈ, ਕਿੰਨੇ ਬਣਾਈ? ਗੁਰੂ ਸਾਹਿਬ ਕਹਿੰਦੇ ਸਾਤ ਜਾਤ ਸਾ ਪਾਤ ਹੈ, ਜੇਬਾ ਕਰਮ ਕਮਾਏ, ਸਾਡੀ ਇੱਕੋ ਜਾਤ ਹੈ, ਅਸੀਂ ਸਾਰੇ ਇੱਕੋ ਵਾਹਿਗੁਰੂ ਦੇ ਬੱਚੇ ਆ। ਤੇ ਸਾਡੀ ਪੋਪੂਲੇਸ਼ਨ ਘਟੀ ਜਾਂਦੀ ਸਿੱਖਾਂ ਦੀ ਇਸ ਕਰਕੇ, ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੂੰ ਛੋਟੀ ਜਾਤ ਕਿਹਾ ਜਾਂਦਾ, ਮੈਨੂੰ ਤਾਂ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ, ਉਹਨਾਂ ਨੂੰ ਅਸੀਂ ਗਲੇ ਨਹੀਂ ਲਗਾ ਸਕਦੇ। ਦੇਖੋ ਜੇ ਮੇਰੀ ਭੈਣ ਮੈਨੂੰ ਕਹੇ ਮੈਂ ਤੇਰੇ ਨਾਲ, ਮੈਂ ਬੜੀ ਉੱਚੀ ਹਾਂ ਤੇ ਮੈਂ ਤੈਨੂੰ ਨਹੀਂ ਮਿਲਣਾ, ਤੇ ਮੈਂ ਤਾਂ ਫਿਰ ਉਹਦੇ ਕੋਲ ਜਾਵਾਂਗੀ ਜਿਹੜੀ ਮੈਨੂੰ ਆਪਣੇ ਗਲੇ ਲਗਾਏਗੀ। ਇਹ ਸਾਡੇ ਉੱਥੇ ਹਾਲ ਹੁੰਦਾ ਪਿਆ ਕਿ ਉਹ ਸਿੱਖਾਂ ਨੂੰ ਪਰੇ। ਸੋ ਮੈਂ ਇਹੀ ਕਹਿਣਾ, ਆਓ ਸਾਡੇ ਵਿਸਾਖੀ ਮਨਾਉਣ ਦਾ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾਉਣ ਦਾ ਫਾਇਦਾ ਕੀ ਹੈ, ਆਈਡੀਆ ਕੀ ਹੈ? ਇਹੀ ਹੈ ਕਿ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਨੂੰ ਤੇ ਚੱਲੀਏ, ਪੜ੍ਹੀਏ, ਸਮਝੀਏ, ਉਹਨਾਂ ਪੂਰਨਿਆਂ ਤੇ ਚੱਲੀਏ। ਚਲੋ ਕੱਲ੍ਹ ਚਲਾ ਗਿਆ, ਕੱਲ੍ਹ ਬੈਠ ਕੇ ਨਹੀਂ ਅਸੀਂ ਰੋਣਾ। ਅੱਜ ਤੋਂ
ਅੱਜ ਤੋਂ ਅਸੀਂ ਸ਼ੁਰੂ ਕਰੀਏ ਕਿ ਅਸੀਂ ਇਹ ਗੁਰੂ ਸਾਹਿਬ ਦੀਆਂ ਟੀਚਿੰਗਸ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ, ਸਾਨੂੰ 5 ਕਕਾਰ ਦਿੱਤੇ ਔਰ ਸਾਨੂੰ 4 ਬੱਜਰ ਕੁਰਾਤਾਂ ਦੱਸੀਆਂ। ਅਸੀਂ ਉਹਨਾਂ ਤੋਂ ਬੱਜਰ ਕੁਰਾਤਾਂ ਤੋਂ ਦੂਰ ਹੋਈਏ, 5 ਕਕਾਰਾਂ ਨੂੰ ਸਵੀਕਾਰ ਕਰੀਏ ਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੀਏ। ਜੀ ਭੈਣ ਜੀ। ਹਾਂਜੀ, ਜਿਸ ਤਰ੍ਹਾਂ ਭੈਣ ਜੀ ਨੇ ਕਿਹਾ ਹੈ ਕਿ ਦੇਖੋ ਇਹ ਹੈਗਾ ਕਿ ਕਿੰਨੇ ਔਖੇ ਟਾਈਮ ਤੋਂ ਸਿੱਖੀ ਨਿਕਲੀ ਹੈ, ਜਿਹਦੇ ਇੱਕ ਸਿਰ ਹੈ ਕੋਈ ਦੇਖ ਸਾਰਾ ਜ਼ਨਾਨੀਆਂ ਨੇ ਚਲਾਇਆ ਹੈ, ਛੁਪ ਕੇ ਬੈਠੇ ਹੁੰਦੇ ਸੀ ਸਿੱਖ, ਕਿਉਂਕਿ ਪਤਾ ਸਿਰ ਲਾ ਦੇਣਗੇ। ਇੰਨੇ ਕੋਈ ਖਤਮ ਹੋਈ, ਕਿੰਨੇ ਟਾਈਮ ਦਿੱਤੇ ਸਿੱਖੀ ਨੂੰ, ਹੈ ਕਿ ਸਿੱਖੀ ਨੂੰ ਖਤਮ 84 ਦੇ ਰਾਈਟਸ ਦੇਖੋ, ਕੋਈ ਸਿੱਖ ਕੋਈ ਤੱਕਣਾ ਸਭ ਕਿੰਨੀ ਵਾਰ ਨਿਕਲੀ, ਸਿੱਖੀ ਖਤਮ ਹੋਈ, ਹੋਰ ਵੱਧਦੀ ਐਜ਼ ਸੇ ਕਿ ਇਹ ਅਕਾਲ ਪੁਰਖ ਦੀ ਮੋਜ ਵਿੱਚ ਬਣਿਆ, ਉਹਦੀ ਖੁਸ਼ੀ ਤੇ ਬਣਿਆ ਤੇ ਇਹ ਤੇ ਸਿੱਖੀ ਖਤਮ ਨਹੀਂ ਹੋਣੀ। ਇਹ ਤਾਂ ਸਾਡਾ ਇਹ ਹੈਗਾ ਕਿ ਅਸੀਂ ਸਿੱਖੀ ਨੂੰ ਅਪਣਾਈਏ। ਇਹ ਰੂਪ ਹੀ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਵਿੱਚ ਦਿੱਤਾ ਹੈ, ਉਹੀ ਸਾਡੀ ਸਟਰੈਂਥ ਹੈ, ਉਹੀ ਸਾਡੀ ਪਾਵਰ ਹੈ, ਉਹੀ ਅੱਗੋਂ ਟਾਈਮ ਆਏਗਾ। ਤੁਸੀਂ ਦੇਖਣਾ ਇੰਨਾ ਦੇਖੋ, ਪਹਿਲਾਂ ਕਹਿੰਦੇ ਸੀ ਜੀ, ਕਈ ਵਾਰੀ ਗੱਲ ਹੁੰਦੀ ਸੀ ਜੀ ਸਿਗਰਟ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਮਨਾ ਕੀਤਾ ਹੈ, ਐਵਰੀਬਾਡੀ ਸਮੋਕਿੰਗ। ਅਸੀਂ ਦੇਖਣਾ ਹਰ ਬੰਦਾ ਸਮੋਕ ਕਰ ਰਿਹਾ। ਗੁਰੂ ਗੋਬਿੰਦ ਸਿੰਘ ਸਾਨੂੰ ਕਿਉਂ ਘੋੜਾ ਵੀ ਨਹੀਂ ਲੰਘਿਆ, ਅਸੀਂ ਡੱਬੀ ਤੱਕ ਲੈਂਦੇ ਸੀ ਨਾ ਸਿਗਰਟ ਦੀ, ਤੇ ਅਸੀਂ ਕਹਿੰਦੇ ਸਾਂ ਟਾਈਮ ਆਇਆ। ਔਰ ਦੇਖੋ ਟਾਈਮ ਨੇ ਕੀ ਦੱਸਿਆ ਕਿ ਸਿਗਰਟ ਵਰਗੀ ਡੇਂਜਰਸ ਚੀਜ਼ ਹੀ ਕੋਈ ਨਹੀਂ ਹੈਗੀ। ਹੁਣ ਵਾਕਈ ਹਰ ਬੰਦਾ ਹੱਥ ਲਗਾਉਂਦਿਆਂ ਸਿਗਰਟ ਨੂੰ ਡਰਦਾ। ਸੋ ਇਸੇ ਤਰ੍ਹਾਂ ਮੈਂ ਤੁਹਾਨੂੰ ਕਹਿੰਦੀ ਪਈ ਹਾਂ, ਐਸਾ ਟਾਈਮ ਪਤਾ ਨਹੀਂ ਅੱਗੋਂ ਕੀ ਜਾਣਾ ਆਏਗਾ, ਔਰ ਉਹਦੇ ਵਿੱਚ ਅਵੇਅਰਨੈਸ ਸਾਨੂੰ ਆਏਗੀ ਕਿ ਸਿੱਖੀ ਰੂਪ ਕਿੰਨਾ ਲੋੜ ਹੈ। ਦੁਨੀਆ ਰੱਖੇਗੀ ਸਿੱਖੀ ਰੂਪ ਨੂੰ ਔਰ ਦੁਨੀਆ ਅਪਣਾਏਗੀ। ਇਹੀ ਅਸੀਂ ਕਹਿੰਦੇ ਸਾਡੇ ਕੋਲ ਤੇ ਹੈਗਾ, ਸਾਨੂੰ ਤੇ ਵਿਰਸੇ 'ਚ ਮਿਲਿਆ। ਇਸ ਰੂਪ ਨੂੰ ਸੰਭਾਲੋ ਔਰ ਅੱਗੇ ਡਿਲੀਵਰ ਕਰੋ ਔਰ ਆਪਣੇ ਆਪ ਨੂੰ। ਹਾਂ, ਸਾਡੀ ਬੜੀਆਂ ਕਮੀਆਂ ਕਿਉਂਕਿ ਅਸੀਂ ਦੁਨੀਆਦਾਰ ਬੰਦੇ ਹਾਂ। ਹਾਂ, ਥੋੜੀ ਇਹ ਗੱਲ ਕਰਨ ਦਾ ਹੀ ਮਤਲਬ ਹੈ ਕਿ ਸ਼ਾਇਦ ਇੱਕ ਦੂਜੇ ਦੀ ਕੋਈ ਗੱਲ ਅਸੀਂ ਅਪਣਾ ਲਈਏ ਤੇ ਸਾਡੀ ਤਾਂ ਇਹੀ ਹੈਗਾ ਕਿ ਸਿੱਖੀ ਵਾਲਾ ਹੋ, ਬੱਚਿਆਂ ਨੂੰ ਵੀ ਕਰੋ, ਆਪੇ ਵੀ ਇਸ ਇੰਨੇ ਵੱਡੇ ਦਿਨ ਨੂੰ ਅਸੀਂ ਆਪਣੇ ਸੋਹਣੇ ਤਰ੍ਹਾਂ ਲਾਈਏ ਔਰ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਦਿਨ ਯਾਦ ਕਰੀਏ ਕਿ ਦੇਖੋ ਸਾਨੂੰ ਇਹ ਰੂਪ ਮਿਲਿਆ। ਵੀ ਸ਼ੁੱਡ ਬੀ ਗ੍ਰੇਟਫੁਲ। ਜਿਹੜੀ ਤੁਸੀਂ ਗੱਲ ਕਰਦੇ ਹੋ, ਕੋਈ ਨਾ ਕੋਈ ਤੁਸੀਂ ਗੱਲ ਕਰਦੇ ਹੋ ਦਿਲ ਨੂੰ ਛੂਹ ਜਾਂਦੀ ਹੈ। ਹੁਣ ਤੁਸੀਂ ਗੱਲ 'ਚ ਥੋੜ੍ਹੀ ਜਿਹੀ ਗੱਲ ਕੀਤੀ ਸੀ ਇੰਡੀਆ 'ਚ ਕਨਵਰਸ਼ਨ ਹੋਈ ਜਿਹੜੀ ਕਾਫੀ ਹਾਈ ਸਕੇਲ ਦੇ ਉੱਪਰ। ਇਹ ਬੜਾ ਥੋੜ੍ਹੀ ਮੱਧਮ ਨਿਊਜ਼ ਜਾ ਰਹੀ ਹੈ, ਬੜੀ ਹਾਈ ਲੈਵਲ 'ਤੇ ਨਹੀਂ ਜਾ ਰਹੀ, ਥੋੜ੍ਹੀ ਬਹੁਤੀ ਗੱਲਬਾਤ ਕਰਨਾ 'ਚ ਪਈ ਹੈ। ਐਂਡ ਅਗਰ ਮੈਂ ਰਿਕੁਐਸਟ ਕਰਾਂਗਾ, ਤੁਸੀਂ ਇੰਨੇ ਵਿਦਵਾਨ ਹੈਗੇ, ਮੈਂ ਤੁਹਾਨੂੰ VIP ਦਾ ਤਾਂ ਟੈਲੈਂਟ ਦੇ ਦਿੱਤਾ ਤੁਹਾਨੂੰ, ਤੇ ਆਈ ਥਿੰਕ ਇਹਦੇ ਉੱਪਰ ਅਸੀਂ ਨਾ ਕੋਈ ਸ਼ੋਅ ਕਰੀਏ, ਫੈਕਟਸ ਐਂਡ ਫਿਗਰਸ ਲੈ ਕੇ ਆਈਏ, ਕਿਉਂਕਿ ਜਿੱਦਾਂ ਤੁਸੀਂ ਕਿਹਾ ਭੈਣ ਜੀ, ਬੇਸ਼ੱਕ ਦੀ ਸਾਡੇ ਅਸੀਂ ਬੜੀ ਮਾਈਨੋਰਿਟੀ 'ਚ ਹੈਗੇ ਬਹੁਤ। ਵੀ ਵਾਂਟ ਟੂ ਬੀ ਦਾ ਮੈਜੋਰਿਟੀ ਕਿੰਦਾ ਹੋਵੇ, ਜੇ ਸਾਡੀ ਕਨਵਰਸ਼ਨ ਸਟਾਰਟ ਹੋਏਗੀ ਤਾਂ ਫਿਰ ਅਸੀਂ ਹੋਰ ਖਤਮ ਹੁੰਦੇ ਪਏ। ਮੈਂ ਗਲੋਬਲ ਸਿੱਖ ਕਾਉਂਸਲ ਦੀ ਪ੍ਰੈਜ਼ੀਡੈਂਟ ਹਾਂ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ, ਤੇ ਅਸੀਂ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਕਨਵਰਸ਼ਨ ਵਾਲੇ ਪਾਸੇ ਕੰਮ ਕਰ ਰਹੇ ਹਾਂ। ਚਿੱਠੀਆਂ ਲਿਖ ਰਹੇ ਹਾਂ ਸਾਰਿਆਂ ਨੂੰ, ਇੰਡੀਆ ਦੇ ਵਿੱਚ ਸਾਰੀਆਂ ਆਰਗੇਨਾਈਜੇਸ਼ਨਸ ਇਕੱਠਿਆਂ ਕਰ ਰਹੇ ਹਾਂ, ਉਹਨਾਂ ਨੂੰ ਸਮਝਾ ਰਹੇ ਹਾਂ। ਸਾਨੂੰ ਸਾਰਿਆਂ ਕੋਲੋਂ ਰੋਣਾ ਦੁਖੀ ਹੋਏ ਸਾਰੇ ਵੀਰ ਭੈਣਾਂ ਨੇ ਉੱਥੇ। ਅਸੀਂ ਤੇ ਉਹ ਤੇ ਕਿਸੇ ਦਿਨ ਦਾ ਪੂਰਾ ਪ੍ਰੋਗਰਾਮ ਕਰਾਂਗੇ। ਬਹੁਤ ਜ਼ਰੂਰੀ ਹੈ। ਔਰ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਕੱਲ ਜਦੋਂ ਵਿਸਾਖੀ ਸੀ, ਕੱਲ ਨਹੀਂ ਵਿਸਾਖੀ ਵਾਲੇ ਦਿਨ 14 ਤਰੀਕ ਨੂੰ ਸਾਡੇ ਸਾਊਥ ਵਿੱਚ ਜਿਹੜੇ ਕਨਵਰਟ ਹੋ ਚੁੱਕੇ ਸਨ ਉਹ ਵਾਪਸ ਸਿੱਖੀ 'ਚ ਆ ਗਏ ਨੇ। ਉਹਨਾਂ ਨੇ ਅੰਮ੍ਰਿਤ ਛਕੇ ਨੇ ਤੇ ਉਹ ਕਹਿੰਦੇ ਪਏ ਨੇ ਕਿ ਅਸੀਂ ਦੇਖ ਲਿਆ ਤੇ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਸਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਤੇ ਅਸੀਂ ਖਾਲਸਾ ਬਣਾਂਗੇ ਤੇ ਅਸੀਂ ਆਪਣੇ ਗੁਰਦੁਆਰੇ ਬਣਾਵਾਂਗੇ। ਕਹਿੰਦੇ ਨੇ ਪੰਜਾਬ ਵਾਲੇ ਸਿੱਖਾਂ ਨਾਲ ਵੀ ਨਹੀਂ ਅਸੀਂ ਕਰਨਾ, ਕਿਉਂਕਿ ਪੰਜਾਬ ਵਾਲੇ ਸਿੱਖ ਬੜੇ ਮਤਲਬੀ ਨੇ, ਚੌਧਰ ਦੇ ਭੁੱਖੇ ਨੇ। ਮੇਰੇ 2 ਮੈਂਬਰ ਇੰਡੀਆ ਤੋਂ ਜਿਹੜੇ ਗਲੋਬਲ ਸਿੱਖ ਦੇ ਮੈਂਬਰ ਸਨ, ਉਹ ਉੱਥੇ ਗਏ ਨੇ ਉਹਨਾਂ ਨੂੰ ਸਪੋਰਟ ਕਰਨ। ਉਹਨਾਂ ਨੇ ਬੜੀ ਇੱਜ਼ਤ ਦਿੱਤੀ ਹੈ ਤੇ ਅਸੀਂ ਉਹਨਾਂ ਦੇ ਨਾਲ ਰਲ ਕਰ ਰਹੇ ਹਾਂ। ਪਰ ਬੜਾ ਲੰਮਾ ਚੌੜਾ ਕੰਮ ਹੈ, ਕਿਉਂਕਿ ਇਹ ਤਾਂ ਸਦੀਆਂ ਤੋਂ ਕਨਵਰਸ਼ਨ ਹੋ ਰਹੀ ਹੈ। ਮਹਾਰਾਜਾ ਦਲੀਪ ਸਿੰਘ ਤੋਂ ਸ਼ੁਰੂ ਹੋਈ ਹੈ। ਪਰ ਹੁਣ ਤੇ ਹਾਈ ਲੈਵਲ ਤੇ ਹੁਣ ਤਾਂ ਇਸ ਵੇਲੇ 34% ਪੰਜਾਬ ਜਿਹੜਾ ਕ੍ਰਿਸਚਨ ਹੈ। ਸਿੱਖ ਜਿਹੜੇ ਨੇ ਇੰਨੇ ਹਿੰਦੂ ਵੀ ਬੰਦੇ ਪਏ ਨੇ, ਬੜੇ ਹੀ ਬਣੇ ਪਏ ਨੇ। ਸਾਡੀ ਗਿਣਤੀ ਅਸੀਂ ਆਲਰੇਡੀ ਮਾਈਨੋਰਿਟੀ 'ਚ ਹੋ ਗਿਆ, ਕਿਉਂਕਿ ਸਾਡੇ ਬੱਚੇ ਵੀ ਅਸੀਂ ਬਹੁਤੇ ਨਹੀਂ ਪੈਦਾ ਕਰਦੇ ਹਾਂ ਤੇ ਅਸੀਂ ਹੋਰ ਮਾਈਨੋਰਿਟੀ ਜਾ ਰਹੇ ਹਾਂ। ਤੇ ਸਾਡਾ ਜਿਹੜਾ ਅੱਜ ਦਾ ਕਹਿੰਦੇ ਪਏ ਨਾ, ਅਸੀਂ ਸਾਡਾ ਚੀਫ ਮਿਨਿਸਟਰ ਸਿੱਖ ਹੈ, ਜਾਂ ਕੱਲ੍ਹ ਨੂੰ ਪਤਾ ਨਹੀਂ ਉਹ ਵੀ ਹੋਏਗਾ ਕਿ ਨਹੀਂ ਹੋਏਗਾ। ਜੇ ਅਸੀਂ ਟਾਈਮ ਦੇ ਸਿਰ, ਮੈਂ ਕਹਿੰਦੀ ਹਾਂ ਨਾ, ਕੱਲ੍ਹ ਭੁੱਲ ਜਾਓ, ਅੱਜ ਤੋਂ ਸ਼ੁਰੂ ਕਰੋ। ਜੇ ਅਸੀਂ ਟਾਈਮ ਸਿਰ ਨਾ ਨਹੀਂ ਲਿਆ, ਅਸੀਂ ਬੜੇ ਲੰਮੇ ਚੌੜੇ ਕੰਮ ਕਰ ਰਹੇ ਹਾਂ, ਬੜੀਆਂ ਕਮਿਊਨਿਟੀਜ਼ ਨਾਲ ਮੀਟਿੰਗਾਂ ਕੀਤੀਆਂ, ਬੜੇ
ਆਰਗੇਨਾਈਜੇਸ਼ਨਸ ਨਾਲ ਅਸੀਂ ਕਿਹਾ ਇਕੱਲੇ ਆਰਗੇਨਾਈਜੇਸ਼ਨ ਦਾ ਕੰਮ ਨਹੀਂ ਹੈ ਅਸੀਂ ਬੜੇ ਪਰ ਜਿਹੜੇ ਸਾਡੇ ਵੱਡੇ ਹਨ ਐਸਜੀਪੀ ਤੇ ਅਕਾਲ ਤਖਤ ਵਾਲੇ ਉਹਨਾਂ ਦੇ ਤਾਂ ਸਮਝ ਹੀ ਨਹੀਂ ਆਉਂਦੀ ਉਹਨਾਂ ਨੂੰ ਉਹਨਾਂ ਦੇ ਸਿਰ ਭੈਣ ਜੀ ਚਲੋ ਬੜਾ ਅੱਛਾ ਪ੍ਰੋਗਰਾਮ ਮੈਨੂੰ ਤਾਂ ਬੜੀ ਹਮੇਸ਼ਾ ਕਹਿੰਦਾ ਪਲੀਜ਼ ਆਪਣਾ ਫੀਡਬੈਕ ਦਿਆ ਕਰੋ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਕੋਸ਼ਿਸ਼ ਹੋਗੀ ਇੱਦਾਂ ਦੇ ਸਬਜੈਕਟ ਨੂੰ ਲੈ ਕੇ ਆਵਾਂਗੇ ਇਹ ਬੜਾ ਸਟਰੋਂਗ ਹੈਗਾ ਕਿ ਅਗਰ ਇੱਕ ਪੋਟ ਹੈਗਾ ਤੁਸੀਂ ਕੁਝ ਬਣਾਉਂਦੇ ਹੋ ਅਗਰ ਉਹਦੇ 'ਚ ਲੀਕ ਹੈਗਾ ਉਹ ਨਿਕਲੀ ਜਾ ਰਿਹਾ ਤੇ ਤੁਸੀਂ ਬਣਾ ਨਹੀਂ ਪਾਓਗੇ ਅਗਰ ਤੁਸੀਂ ਸਾਰਿਆਂ ਨੂੰ ਇਕੱਠੇ ਕਰਨਾ ਅੱਧੇ ਪਾਸੇ ਸਿੱਖ ਕਨਵਰਟ ਹੋ ਜਾ ਰਹੇ ਨੇ ਫਿਰ ਉਹ ਤੁਸੀਂ ਇਕੱਠਾ ਨਹੀਂ ਕਰ ਪਾਓਗੇ ਕਿਉਂਕਿ ਉੱਪਰ ਤੁਸੀਂ ਭਰੀ ਜਾਂਦੇ ਹੋ ਉਹ ਥੱਲੇ ਨਿਕਲੀ ਜਾ ਰਹੇ ਸਮਝ ਗਏ ਨਾ ਮੇਰਾ ਪੁਆਇੰਟ ਕੀ ਹੈਗਾ ਵੈਰੀ ਇੰਪੋਰਟੈਂਟ ਰੀਜ਼ਨ ਜਿਹੜੇ ਨਾ ਉਹਨਾਂ ਦੇ ਸਾਨੂੰ ਉਹ ਦੇਖਦੇ ਪਿਆ ਸੀ ਰੀਜ਼ਨ ਕੀ ਹੈ ਕਿ ਉਹਨਾਂ ਨੂੰ ਅਸੀਂ ਅਪਣਾਇਆ ਨਹੀਂ ਹੈ ਸਾਡੇ ਖਾਮੀਆਂ ਹਾਂ ਹੋਈਆਂ ਉਹਨਾਂ ਨੂੰ ਨੀਵੇਂ ਛੱਡ ਕੇ ਕਿਆ ਪਰੇ ਹਟ ਜਾਓ ਤੁਸੀਂ ਸਾਡੇ ਗੁਰਦੁਆਰਾ 'ਚ ਹੀ ਨਹੀਂ ਆ ਸਕਦੇ ਜੇ ਤੁਸੀਂ ਆਉਣਾ ਤਾਂ ਪਿਛਲੇ ਦਰਵਾਜ਼ੇ ਤੋਂ ਸਮਥਿੰਗ ਅਸੀਂ ਨੇ ਆਫਰ ਕੀਤਾ ਉਹ ਕਿਤੇ ਹੋਰ ਜਾ ਰਹੇ ਬਿਲਕੁਲ ਅਸੀਂ ਪਿੱਛੇ ਪ੍ਰਿਜ਼ਨ ਵਿੱਚ ਜਾਂਦੇ ਸੀਗੇ ਐਕਟਨ ਪ੍ਰਿਜ਼ਨ ਪੰਚੀ ਨਾਲ ਜਾਂਦੀ ਰਹੀਆਂ ਆਪਣੇ 50 ਬੰਦੇ ਬੱਚੇ ਸੀਗੇ ਤੇ ਉਹ ਕਹਿੰਦੇ ਸਾਨੂੰ ਕੋਈ ਆਂਦਾ ਹੀ ਨਹੀਂ ਉਹ ਕੋਈ ਗੱਲ ਕਰਦਾ ਹੀ ਨਹੀਂ ਇੱਥੇ ਮੁਸਲਮਾਨ ਹੈਗੇ ਆ 200-250 ਮੁਸਲਮਾਨ ਜੇਲ੍ਹ ਵਿੱਚ ਹੈਗਾ ਉਹਨਾਂ ਦਾ ਚੈਪਲਿਨ ਵੀ ਹੈਡ ਚੈਪਲਿਨ ਵੀ ਸਾਰੇ ਮੁਸਲਮਾਨ ਹੈ ਉਹ ਖੂਬ ਆਪਣਾ ਉਹਨਾਂ ਨੂੰ ਕਹਿੰਦੇ ਸਾਨੂੰ ਚੀਜ਼ਾਂ ਦਿੰਦੇ ਆ ਸਭ ਕੁਝ ਕਰਦੇ ਆ ਸਾਡਾ ਤੇ ਆਪਣਾ ਕੋਈ ਬੰਦਾ ਹੁਣ ਇਸ ਤਾਂ ਵਿਚਾਰੇ ਕੀ ਕਰਨਗੇ ਥੋੜੇ ਨੰਬਰ ਤੇ ਹੈ ਆਪਣੇ ਕਾਫੀ ਜਾਂਦੇ ਨਹੀਂ ਸਾਡੇ ਹੈਗੇ ਸਾਡੇ ਕੋਲ ਪ੍ਰਿਜ਼ਨ ਚੈਪਲਨਸੀ ਹੈ ਸਾਡੇ ਕੋਲ 52 ਹੈਗੇ ਆ ਪਰ देयर आर डिफिकल्टीज ਕਿਉਂਕਿ ਇੱਕ ਪ੍ਰਿਜ਼ਨ 'ਚ ਨਾ ਜੇ ਨੰਬਰ ਥੋੜਾ ਨਾ ਤੇ ਉਹਨਾਂ ਨੇ ਤੁਹਾਨੂੰ ਥੋੜੇ ਘੰਟੇ ਦੇਣੇ ਹੈ ਨਾ ਹਫਤੇ 'ਚ 15 ਜੇ 2 ਚ 4 ਹੈ ਨਾ ਜੀ ਟਾਈਮ ਬੜੀ ਫਾਸਟ ਹੋ ਰਿਹਾ ਬੜੀ ਅੱਛੀ ਗੱਲ ਕੀਤੀ ਕਿਉਂਕਿ ਨੰਬਰ ਥੋੜਾ ਇਹਦਾ ਮਤਲਬ ਕਿ ਅਸੀਂ ਕ੍ਰਾਈਮ ਘੱਟ ਕਰਦੇ ਆ ਇਹ ਵੀ ਤਾਂ ਅੱਛੀ ਗੱਲ ਹੈ ਨਾ ਸਾਰੇ ਉਹ ਬੜੀ ਅੱਛੀ ਗੱਲ ਅਸੀਂ ਬੜੇ ਖੁਸ਼ ਆ ਅਸੀਂ ਕਹਿੰਦੇ ਐਨੇ ਵੀ ਕਿਉਂ ਹੈ ਹਾਂ ਨੰਬਰ ਘੱਟ ਹੈ ਤੇ ਇਹ ਵੀ ਘੱਟ ਹੋਏ ਅਸੀਂ ਇਸ ਗੱਲੋਂ ਵੀ ਖੁਸ਼ ਆ ਫਿਰ ਘੱਟ ਨੰਬਰਾਂ ਕਰਕੇ ਅਸੀਂ ਕਹਿੰਦੇ ਅੱਧੋ ਵੀ ਘੱਟ ਹੋਏ ਸਾਡੇ ਰੀਫੰਡ ਲੜਾਈਆਂ ਝਗੜਿਆਂ ਦੇ ਉੱਤੇ ਸਾਡੇ ਰੀਫੰਡ ਨਹੀਂ ਹੁੰਦੇ ਤੇ ਸਾਡੇ ਛੋਟੇ ਮੋਟੇ ਚੋਰੀਆਂ ਵੀ ਨਹੀਂ ਕਰਦੇ ਸੈਡਲੀ ਵੱਡੀਆਂ ਚੋਰੀਆਂ ਕਰਦੇ ਪਰ ਚਲੋ ਤੁਹਾਡਾ ਵਾਚ ਕਰਨ ਦਾ ਬਹੁਤ ਬਹੁਤ ਐਪਰੀਸ਼ੀਏਟ ਕਰਦੇ ਹਾਂ ਜਿੱਥੇ ਵੀ ਤੁਸੀਂ ਦੁਨੀਆ 'ਚ ਬੈਠੇ ਦੇਖਦੇ ਯੂਕੇ ਜਾਂ ਐਨੀਵੇਅਰ ਅਰਾਊਂਡ ਦਾ ਵਰਲਡ ਪਲੀਜ਼ ਪ੍ਰੋਗਰਾਮ ਦੇਖਿਆ ਕਰੋ ਇੰਟਰਸਟਿੰਗ ਹੁੰਦੇ ਨੇ ਕੋਸ਼ਿਸ਼ ਹੁੰਦਾ ਇੰਟਰਸਟਿੰਗ ਬਣਾਈਏ ਆਪਣੀ ਫੀਡਬੈਕ ਦਿਆ ਕਰੋ ਸਾਡੇ ਵੀਏ ਪੇਪਰ ਨੂੰ ਮੈਂ ਵਾਪਸ ਲੈ ਕੇ ਆਵਾਂਗਾ ਅਸੀਂ ਥੋੜਾ ਡਿਸਕਸ ਕਰਾਂਗੇ ਕਿਉਂਕਿ ਕਿਹੜਾ ਟੌਪਿਕ ਤੇ ਗੱਲ ਕਰਨੀ ਹੈ ਉੱਤੇ ਰਿਸਰਚ ਕਰਕੇ ਫੈਕਟਰ ਫਿਗਰ ਲੈ ਕੇ ਆਣਾ ਫਿਰ ਗੱਲ ਕਰਨ ਦਾ ਮਜ਼ਾ ਹੁੰਦਾ ਤਾਂ ਅੱਛਾ ਲੱਗਦਾ ਕਿ ਸੋਲਿਡ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਅੱਛੀ ਕਰੈਕਟ ਹੋਣੀ ਚਾਹੀਦੀ ਹੈ ਹਵਾ 'ਚ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਤੇ ਪੰਜੀ ਟਾਈਮ ਇਜਾਜ਼ਤ ਦਿੰਦਾ ਮੈਂ ਤੁਹਾਡਾ ਸ਼ੁਕਰਾਨਾ ਕਰਦਾ ਥੈਂਕ ਯੂ ਫॉर ਕਮਿੰਗ ਰੀਅਲੀ ਐਪਰੀਸ਼ੀਏਟ ਐਂਡ ਉਮੀਦ ਰੱਖਦਾ ਕਿ ਫੇਰ ਇਕੱਠੇ ਹੋਵਾਂਗੇ ਤੇ ਆਪਾਂ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ